माँ जी ਅਸੀਂ ਜੇਲ੍ਹ ਬਣਾਉਣੇ ਮਾ ਰਾਜੀ ਹਾਂ ਸਾਨੂੰ ਕੋਈ ਇਤਰਾਜ਼ नहीं है पूरे पिंड की सहमति कर ਆਪਾਂ ਮਤਾ ਪਾਇਆ ਤਾ ਜੀ ਅਸੀਂ ਸ਼ੁਰੂ ਤੋਂ ਇਹੀ ਕਹਿ ਰਹੇ ਹਾਂ ਵੀ ਅਸੀਂ ਜੇਲ੍ਹ ਨਹੀਂ ਬਣ ਦੇਵਾਂਗੇ ਅਸੀਂ ਅੱਜ ਵੀ ਕਹਿ ਰਹੇ ਹਾਂ ਵੀ ਅਸੀਂ ਜੇਲ੍ਹ ਨਹੀਂ ਬਣਦਾ ਅਸੀਂ ਕੱਲ ਨੂੰ ਵੀ ਇਹੀ ਕਹਾਂਗੇ ਵੀ ਅਸੀਂ ਜੇਲ੍ਹ ਨਹੀਂ ਬਣਦੇ ਪਿੰਡ ਦਾ ਵਿਕਾਸ ਹੋਊਗਾ ਜੀ ਇੱਕ ਜਿੰਨੇ ਵੀ ਬੇਰੁਜ਼ਗਾਰ ਹੈ ਜੀ ਸਭ ਨੂੰ ਰੁਜ਼ਗਾਰ ਮਿਲੂਗਾ ਜੀ ਬਾਕੀ ਪਿੰਡ ਦਾ ਕਾਰੋਬਾਰ ਤਰੱਕੀ ਸਾਰੇ ਚੱਲੂਗੀ ਜੀ ਜੇਲ੍ਹ ਬਣਨ ਨਾਲ ਪਿੰਡ ਦਾ ਮਾਹੌਲ ਖਰਾਬ ਹੋਏਗਾ ਪਿੰਡ ਸਾਡੇ ਰਹਿਣ ਯੋਗ ਨਹੀਂ ਰਹੂਗਾ ਸਾਨੂੰ ਪਿੰਡ ਅਖੀਰ ਨੂੰ ਛੱਡਣਾ ਪਊਗਾ ਤਰ੍ਹਾਂ ਉਹਨਾਂ ਨੇ ਮੰਗ ਕਰੀ ਆ ਵੀ ਕੋਈ ਹਸਪਤਾਲ ਬਣ ਜਾਏ ਬਣ ਜਾਏ ਉਹ ਵੀ ਬਣ ਜਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਅਸੀਂ ਉਸ ਵਾਸਤੇ ਵੀ ਦੇਣੇ ਨੂੰ ਤਿਆਰ ਹਾਂਗੇ ਇਹ ਤਾਂ ਸਰਪੰਚ ਸਾਹਿਬ ਇੱਕ ਗੁੰਮਰਾਹ ਕਰ ਰਹੇ ਆ ਐਸੀ ਕਾਸਟ ਨੂੰ ਠੀਕ ਹੈ ਜੀ ਵੀ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਉਹਨਾਂ ਦਾ ਮੇਨ ਮੁੱਦਾ ਵੀ ਇੱਥੇ ਜੇਲ੍ਹ ਬਣੇ ਡਿਵੈਲਪਮੈਂਟ ਤੇ ਅਸਰ ਪਵੇ ਭਗਵੰਤ ਮਾਨ ਸਾਹਿਬ ਨੇ ਇੰਨਾ ਵਧੀਆ ਕਦਮ ਚੱਕਿਆ ਹੈ ਤੁਸੀਂ ਦੇਖਿਆ ਹੈ ਮੂਸੇਵਾਲੇ ਦਾ ਹੁਣ ਕੀ ਹੋਇਆ ਸੀਗਾ ਭਗਵੰਤ ਮਾਨ ਜੀ ਕਹਿੰਦੇ ਆ ਵੀ ਰੰਗਲਾ ਪੰਜਾਬ ਬਣਾਉਣਾ ਫਿਰ ਤਾਂ ਅਸੀਂ ਬਾਹਰ ਹੀ ਜਾਵਾਂਗੇ ਇੱਥੇ ਰੰਗਲਾ ਪੰਜਾਬ ਕਾਹਦਾ ਬਣੂਗਾ ਬਾਈ ਜੀ ਜਦੋਂ ਯੂਥ ਨਹੀਂ ਰਹੂਗਾ ਤੇ ਗਰੀਬ ਤਬਕਾ ਜੋ ਵੀ ਹੈਗਾ ਕੋਈ ਚਾਹ ਦੀ ਰੇੜੀ ਲਾਏਗਾ ਕੋਈ ਪਰੌਂਠੇ ਦੀ ਲਾਏਗਾ ਕੋਈ ਸਬਜ਼ੀ ਦੀ ਲਾਏਗਾ ਕੋਈ ਫਰੂਟ ਦੀ ਲਾਏਗਾ ਉਹ ਚੱਲੇਗਾ ਜੀ ਪਟਿਆਲਾ ਜੇਲ੍ਹ ਦੇਖੋ ਜੀ ਉਹਦੇ ਨੇੜੇ ਤੁਹਾਨੂੰ ਦਿਖਦਾ ਜੀ ਕੁਛ ਵੀ ਕੋਈ ਰੇੜੀ ਫੜੀ ਖੜੀ ਹੋਏ ਕੋਈ ਸ਼ੌਪ ਹੋਏ ਹੁਣ ਇੱਥੇ ਮੈਂ ਬਾਹਰ ਰੇੜੀ ਲਾ ਗਈ ਹੁਣ ਕਿ ਮੈਂ ਫਲ ਫਰੂਟ ਵੇਚੂ ਜੀ ਕੈਦੀ ਬਾਹਰ ਆ ਕੇ ਫਲ ਫਰੂਟ ਖਾਣਗੇ ਜੀ ਐਸੀ ਭਾਈਚਾਰੇ ਦਾ ਬੰਦਾ ਅਫਸਰ ਨਹੀਂ ਬਣ ਸਕਦਾ ਕਿਉਂ ਬਈ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ ਐਮਐਲਏ ਨਹੀਂ ਬਣ ਸਕਦਾ ਕੋਈ ਹੋਰ ਉੱਚੀ ਪੋਸਟ ਤੇ ਨਹੀਂ ਜਾ ਸਕਦਾ ਸਿਰਫ ਅੰਦਰ ਹੀ ਨੌਕਰੀ ਕਰਨਗੇ ਭਗਵੰਤ ਮਾਨ ਨੂੰ ਵੀ ਤੁਹਾਡੇ ਜਰੀਏ ਗੱਲ ਅਪੀਲ ਕਰ ਰਹੇ ਹਾਂ ਵੀ ਜਿਹੜੀ ਜੇਲ੍ਹ ਹੈ ਛੇਤੀ ਬਣਾਈ ਜਾਏ ਸਾਰਾ ਪਿੰਡ ਤਕਰੀਬਨ 5-4 ਘਰਾਂ ਨੂੰ ਛੱਡ ਕੇ ਸਹਿਮਤੀ ਹੈ ਜੀ ਜੋ ਚੀਜ਼ ਇਹ ਸਰਪੰਚ ਸਾਹਿਬ ਨੇ ਸਾਡੇ ਨਾਲ ਕਰੀ ਹੈ ਇਹ ਧੱਕਾ ਹੋ ਗਈ ਸਾਡੇ ਨਾਲ ਤੁਸੀਂ ਤਾਂ ਜੇਲ੍ਹਾਂ ਬਣਾ ਰਹੇ ਹੋ ਇਸ ਦਾ ਮਤਲਬ ਤਾਂ ਇਹ ਹੋ ਗਿਆ ਨਾ ਵੀ ਤੁਸੀਂ ਗੈਂਗਸਟਰਵਾਦ ਨੂੰ ਤੁਸੀਂ ਆਪ ਕਹਿ ਰਹੇ ਹੋ ਵੀ ਹਾਂ ਪੰਜਾਬ 'ਚ ਗੈਂਗਸਟਰਵਾਦ ਹੈਗਾ ਹੈ ਕੈਦੀ ਪਿੰਡ 'ਚ ਆ ਕੇ ਕਿਸੇ ਦੇ ਘਰ ਪਨਾਹ ਲੈ ਗਿਆ ਤਾਂ ਪੁਲਿਸ ਨੂੰ ਪਤਾ ਲੱਗ ਗਿਆ ਵੀ ਇਸ ਘਰ 'ਚ ਪਨਾਹ ਲਈ ਹੈ ਤਾਂ ਪੂਰਾ ਪਰਿਵਾਰ ਕਸਟਡੀ ਹੋਏਗਾ ਜੀ ਇਹ ਪਿੰਡ ਦੇ ਸਾਡੇ ਬੱਚਿਆਂ ਦੇ ਫਿਊਚਰ ਦੀ ਗੱਲ ਹੈ ਇਹਦੇ ਵਿੱਚ ਵੋਟਾਂ ਦਾ ਕੋਈ ਲੈਣਾ ਦੇਣਾ ਨਹੀਂ ਉਹ ਵੀ ਸਾਡੇ ਹੀ ਭਰਾ ਨੇ ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਜਗਸੀਰ ਸਿੰਘ ਪਿੰਡ ਕੋਰੜਾ ਮੌਜੂਦ ਹਾਂ ਜਿੱਥੇ ਕਿ ਕੱਲ ਪ੍ਰੈਸ ਕਾਨਫਰੰਸ ਹੁੰਦੀ ਹੈ ਕੁਝ ਕੁ ਪਿੰਡ ਦੇ ਲੋਕਾਂ ਵੱਲੋਂ ਕਾਨਫਰੰਸ ਕੀਤੀ ਜਾਂਦੀ ਹੈ ਉਸ ਦੇ ਵਿੱਚ ਇਲਜ਼ਾਮ ਲਾਇਆ ਜਾਂਦਾ ਹੈ ਕਿ ਜੇਲ੍ਹ ਬਣ ਰਹੀ ਹੈ ਅਸੀਂ ਜੇਲ੍ਹ ਨਹੀਂ ਬਣਨ ਦੇਵਾਂਗੇ ਸਰਪੰਚ ਨਾਲ ਸਹਿਮਤੀ ਵੀ ਹੋ ਗਈ ਸੀ ਪਰ ਸਰਪੰਚ ਕੀ ਕਹਿੰਦੇ ਨੇ ਕੱਲ ਗੱਲਬਾਤ ਹੋਈ ਸੀ ਉਸ ਦੇ ਵਿੱਚ ਕਈ ਇਲਜ਼ਾਮ ਲੱਗਦੇ ਨੇ ਕਿ ਇਸ ਦੇ ਵਿੱਚ ਧੱਕੇ ਨਾਲ ਇਸ ਨੂੰ ਪਾਸ ਕੀਤਾ ਜਾ ਰਿਹਾ ਲੋਕ ਪਿੰਡ ਦੇ ਨਹੀਂ ਚਾਹੁੰਦੇ ਕਿ ਜੇਲ੍ਹ ਬਣੇ ਇੱਥੇ ਬਹੁਤ ਨੁਕਸਾਨ ਹੋ ਸਕਦੇ ਨੇ ਬਹੁਤ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਨੇ ਪਰ ਸਰਪੰਚ ਕਹਿੰਦੇ ਨੇ ਕਿ ਇਸ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਦਵਿੰਦਰ ਸਿੰਘ ਨੇ ਜੋ ਕਿ ਪਿੰਡ ਦੇ ਸਰਪੰਚ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਦੇ ਵਿੱਚ ਮਸਲਾ ਕੀ ਹੈ ਜਿਵੇਂ ਕੱਲ ਇਲਜ਼ਾਮ ਲੱਗਦਾ ਹੈ ਤਾਂ ਅੱਜ ਵੀ ਕਹਿ ਰਹੇ ਸੀ ਉਸ ਦੇ ਵਿੱਚ ਦਵਿੰਦਰ ਸਿੰਘ ਸਾਡੇ ਨਾਲ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਕੱਲ ਪ੍ਰੈਸ ਕਾਨਫਰੰਸ ਹੁੰਦੀ ਹੈ ਉਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਜੇਲ੍ਹ ਨਹੀਂ ਬਣਨ ਦੇਵਾਂਗੇ ਸਰਪੰਚ ਨਾਲ ਸਹਿਮਤੀ ਵੀ ਹੋ ਚੁੱਕੀ ਹੈ ਸਰਪੰਚ ਨੇ ਕਹਿ ਵੀ ਦਿੱਤਾ ਹੈ ਪਰ ਤੁਸੀਂ ਅੱਜ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪਹਿਲਾਂ ਤਾਂ ਕੱਲ੍ਹ ਜਿਹੜੀ ਗੱਲਬਾਤ ਹੋਈ ਹੈ ਕਾਨਫਰੰਸ ਸਾਨੂੰ ਬਿਲਕੁਲ ਨਹੀਂ ਪਤਾ ਸਾਨੂੰ ਬਾਅਦ ਦੇ ਵਿੱਚ 4 ਵਜੇ ਪੱਤਰਕਾਰ ਸਾਹਿਬ ਤੇ ਪਤਾ ਲੱਗਾ ਜਦ ਕਰਮਜੀਤ ਸਿੰਘ ਚੀਲਾ ਸਾਹਿਬ ਦਾ ਫੋਨ ਆਇਆ ਵੀ ਐਂ ਗੱਲ ਹੈ ਮਾਂ ਜੀ ਅਸੀਂ ਜੇਲ੍ਹ ਬਣਾਉਣੇ ਮਾ ਰਾਜੀ ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ पूरे पिंड की सहमति कर ਆਪਾਂ ਮਤਾ ਪਾਇਆ ਤਾ ਜੀ ਸਭ ਤੋਂ ਪਹਿਲਾਂ ਹੁਣ ਆਪਾਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰ ਰਹੇ ਹਾਂ ਆਪਣੇ ਐਮਐਲਏ ਸਾਹਿਬ ਦਾ ਪੰਚਾਇਤ ਮੰਤਰੀ ਦਾ ਜੇਲ੍ਹ ਮੰਤਰੀ ਦਾ ਜਿਨ੍ਹਾਂ ਸਾਡੇ ਪਿੰਡ ਦੇ ਵਿੱਚ ਜੇਲ੍ਹ ਮਨਜ਼ੂਰ ਕਰੀ ਹੈ ਸਾਰੇ ਪਿੰਡ ਦੀ ਜੋ ਵੀ ਮੁਸ਼ਕਲਾਂ ਉਹ ਵੀ ਪੈਸਾ ਆਊਗਾ ਹੱਲ ਹੋ ਜੂਗਾ ਜੀ ਬਾਕੀ ਜਿਹੜਾ ਜੇਲ੍ਹ ਬਣਨੇ ਦੇ ਵਿੱਚ ਜੀ ਪਿੰਡ ਨੂੰ ਫਾਇਦੇ ਇੱਕ ਤਾਂ ਪਿੰਡ ਦਾ ਵਿਕਾਸ ਹੋਊਗਾ ਜੀ ਇੱਕ ਜਿੰਨੇ ਵੀ ਬੇਰੁਜ਼ਗਾਰ ਹੈ ਜੀ ਸਭ ਨੂੰ ਰੁਜ਼ਗਾਰ ਮਿਲੂਗਾ ਜੀ ਬਾਕੀ ਪਿੰਡ ਦਾ ਕਾਰੋਬਾਰ ਤਰੱਕੀ ਸਾਰੇ ਚੱਲੂਗੀ ਜੀ ਬਾਕੀ ਪਲਾਟਾਂ ਵਾਲੀ ਗੱਲ ਕਰ ਰਹੇ ਜਿਹੜੇ ਵੀ ਪਲਾਟਾਂ ਕੇ ਲਾਗ ਜਿਹੜੇ ਪਲਾਟਾਂ ਤੇ ਬਹੁਤ ਦੂਰ ਹੈ ਜੀ ਗੱਬੇ ਨੂੰ 2-2.5 ਕਿੱਲਿਆਂ ਦਾ ਗੈਪ ਹੈਗਾ ਜੀ ਸਰਪੰਚ ਜ਼ਮੀਨ ਕਿੰਨੀ ਅਸਲ ਦੇ ਵਿੱਚ ਕਿੰਨੇ ਏਕੜ ਪੈਂਦੀ ਹੈ ਸਾਰੀ ਦੇਖੋ ਪਿੰਡ ਦੀ ਟੋਟਲ ਜ਼ਮੀਨ ਹੈ ਜੀ 82 ਏਕੜ ਜਿੱਥੇ ਆਪਾਂ ਜੇਲ੍ਹ ਨੂੰ ਦਈ ਹੈ ਜੀ ਉਹਦੇ 40 ਏਕੜ 40 ਮਾ ਤੇ ਆਪਾਂ ਸਵਾ ਕੇ 3 ਏਕੜ ਮਾ ਦੇ ਬਿਆਂ ਗਰੀਬਾਂ ਨੂੰ ਪਲਾਟ ਜੀ ਬਾਕੀ ਪਿੱਛੇ ਜਿਹੜੀ ਰਹਿ ਗਈ 37 ਕਿੱਲੇ ਜੀ ਉਸਕੇ ਵਿੱਚ 17 ਕਿੱਲਿਆਂ ਮਾ ਆਪਾਂ ਨੇ ਜੇਲ੍ਹ ਵਾਸਤੇ ਦਏ ਹੈ 17.5 ਕੱਲ ਕਾਨਫਰੰਸ ਦੇ ਵਿੱਚ ਅਜਿਹਾ ਕਿਹਾ ਜਾਂਦਾ ਪਿੰਡ ਦੇ ਲੋਕ ਕਹਿੰਦੇ ਨੇ ਕਿ ਸਾਨੂੰ ਜੇਲ੍ਹ ਨਹੀਂ ਚਾਹੀਦੀ ਯੂਨੀਵਰਸਿਟੀ ਦੇ ਦੇਣ ਹਸਪਤਾਲ ਦੇ ਦੇਣ ਹੋਰ ਬੜਾ ਕੁਛ ਆ ਉਹ ਦੇ ਦੇਣ ਜੇਲ੍ਹ ਨਾ ਦੇਣ ਸਾਨੂੰ ਨੁਕਸਾਨ ਆ ਸਾਡੇ ਪਿੰਡ ਨੂੰ ਨੁਕਸਾਨ ਆ ਇੱਥੇ ਜੇਲ੍ਹ ਦੇ ਵਿੱਚ ਗੈਂਗਸਟਰ ਵੀ ਆਣਗੇ ਕਈ ਤਰ੍ਹਾਂ ਦੇ ਮੁਜਰਮ ਜਿਹੜੇ ਆ ਸਕਦੇ ਨੇ ਬੰਬ ਵੀ ਲੈ ਕੇ ਆ ਸਕਦੇ ਨੇ ਅਸਲਾ ਲੈ ਕੇ ਆ ਸਕਦੇ ਨੇ ਉੱਥੋਂ ਭੱਜ ਸਕਦੇ ਨੇ ਪਿੰਡ 'ਚ ਆ ਸਕਦੇ ਨੇ ਕੀ ਲੱਗਦਾ ਤੁਹਾਨੂੰ ਵੀ ਡਰ ਹੈ ਨਾਲੇ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਡਰ ਹੈ बिल्कुल डर नहीं है समा सुरक्षित पिंड होगा जी पुलिस का पहरा रहूगा जी कोई डर नहीं है जी बाकी ਜਿਹੜੀ ਗੱਲ ਇਹ ਕਰ ਰਹੇ ਹਾਂਗੇ ਵੀ ਐ ਹੋ ਜਾਊਗਾ ਜੀ ਇਹੋ ਜਿਹਾ ਕੁਛ ਨਹੀਂ ਗੈਂਗਸਟਰ ਗੂਟਰ ਕਿੱਥੇ ਜੇਲ੍ਹ ਤੇ ਬਾਹਰ ਨਿਕਲ ਸਕਾਂ ਜੀ ਕਿੰਨੀ ਸਿਕਿਉਰਿਟੀ ਹੈ ਫਿਰ ਸਿਕਿਉਰਿਟੀ ਕਾਹਦੀ ਹੋ ਜਾਏਗਾ ਗੈਂਗਸਟਰ ਬਾਹਰੇ ਭੱਜੇ ਫਿਰ ਰਹੇ ਇਹੋ ਜਿਹਾ ਕੁਛ ਨਹੀਂ ਹੈ ਜੀ ਇਹ ਬਿਲਕੁਲ ਝੂਠ ਹੈਗਾ ਜੀ ਤੁਸੀਂ ਸਹਿਮਤ ਹੋ ਸਰਪੰਚ ਦੇ ਜਿਹੜੇ ਸਹਿਮਤੀ ਜਤਾਈ ਹੈ ਪਰ ਪਿਛਲੀ ਵਾਰ ਕਹਿ ਵੀ ਦਿੱਤਾ ਗਿਆ ਸੀ ਵੀ ਅਜਿਹਾ ਵੀ ਕਿਹਾ ਜਾ ਰਿਹਾ ਵੀ ਸਰਪੰਚ ਸਾਹਿਬ ਨੇ ਕਹਿਤਾ ਵੀ ਨਹੀਂ ਬਣਨ ਦੇਵਾਂਗੇ ਜੇਲ੍ਹ ਵੀ ਕੋਈ ਨਾ ਬੰਦ ਕਰਦੇ ਆ ਪ੍ਰੋਜੈਕਟ ਅਸੀਂ ਸਹਿਮਤ ਹਾਂ ਜੀ ਦੇਖੋ ਭਗਵੰਤ ਮਾਨ ਸਾਹਿਬ ਨੇ ਇੰਨਾ ਵਧੀਆ ਕਦਮ ਚੱਕਿਆ ਹੈ ਤੁਸੀਂ ਦੇਖਿਆ ਹੈ ਮੂਸੇਵਾਲੇ ਦਾ
ਹੁਣ ਕੀ ਹੋਇਆ ਸੀਗਾ ਉਹਦੇ ਵਿੱਚ ਜਿੰਨੇ ਗੈਂਗਸਟਰ ਸੀਗੇ ਉਹ ਭੱਜੇ ਸੀਗੇ ਤੇ ਉਹਨਾਂ ਨੂੰ ਫੜਿਆ ਹੈ। ਤੇ ਹੁਣ ਅਸੀਂ ਚਾਹੁੰਦੇ ਹਾਂ ਜਿਵੇਂ ਭਗਵੰਤ ਮਾਨ ਸਾਹਿਬ ਕੰਮ ਕਰ ਰਹੇ ਹੈ, ਜਿਵੇਂ ਕ੍ਰਾਈਮ ਕਰਦੇ ਆ ਲੋਕ, ਇੱਥੇ ਮਾਡਰਨ ਜੇਲ੍ਹ ਬਣੂਗੀ, ਬਹੁਤ ਵਧੀਆ ਹੋਊਗਾ ਕਿਉਂਕਿ ਮੋਹਾਲੀ ਜ਼ਿਲ੍ਹੇ ਵਿੱਚ ਜੇਲ੍ਹ ਹੀ ਨਹੀਂ ਹੈਗੀ। ਜੇ ਲੋਕ ਬਾਹਰ ਭੱਜੇ ਫਿਰੀ ਗਏ ਉਹਦਾ ਫਾਇਦਾ ਕੀ ਹੈ? ਅਸੀਂ ਚਾਹੁੰਦੇ ਹਾਂ ਕਿ ਇੱਥੇ ਜੇਲ੍ਹ ਬਣੇ, ਕੋਈ ਪ੍ਰੋਬਲਮ ਨਹੀਂ ਹੈ ਸਾਨੂੰ। ਜੀ ਜੇਲ੍ਹ ਬਣਨੀ ਚਾਹੀਦੀ ਹੈ, ਤੁਸੀਂ ਸਹਿਮਤ ਹੋ ਇਸ ਚੀਜ਼ ਨਾਲ? ਹਾਂਜੀ ਹਾਂਜੀ ਅਸੀਂ ਸਹਿਮਤ ਹਾਂ ਜੀ। ਮਤਲਬ ਸਰਪੰਚ ਸਾਹਿਬ ਦੇ ਨਾਲ? ਹਾਂਜੀ ਹਾਂਜੀ ਹਾਂਜੀ, ਜੋ ਕੰਮ ਕਰ ਰਿਹਾ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰ ਰਿਹਾ ਜੀ। ਜੀ ਤੁਸੀਂ ਵੀ ਸਹਿਮਤ ਹੋ? ਸਰ ਕੱਲ ਮੁੱਦੇ ਕਹਿ ਰਹੇ ਸੀ ਕਿ ਸੜਕਾਂ ਨਹੀਂ ਬਣਾਉਂਦੇ, ਟੁੱਟੀਆਂ ਪਈਆਂ। ਜਦੋਂ ਸੜਕ ਬਣਦੀ ਉਹ ਕਾਲੀ ਝੰਡੀ ਦਿਖਾ ਰਹੇ ਸੀ, ਉਹੀ ਬੰਦੇ ਦੀ ਫੋਟੋ ਅਸੀਂ ਦਿਖਾ ਸਕਦੇ ਹਾਂ। ਜਿਹੜਾ ਬੰਦਾ ਆਰਗੂਮੈਂਟ ਕਰਦਾ ਸੀ ਕਿ ਸੜਕਾਂ ਨਹੀਂ ਬਣਦੀਆਂ, ਟੁੱਟੀਆਂ ਪਈਆਂ, ਰਸਤਾ ਜਾਣ ਨੂੰ ਨਹੀਂ ਹੈ, ਉਹ ਕਾਲੇ ਝੰਡੇ ਸਿੱਧੂ ਸਾਹਿਬ ਨੂੰ ਦਿਖਾ ਰਹੇ ਸੀ। ਉਹਦਾ ਪ੍ਰੂਫ ਹੈ ਸਾਡੇ ਕੋਲ। ਇਹ ਅੱਜ ਹੋਰ ਕੱਲ ਹੋਰ ਇਹ ਦਾ ਕੰਮ ਕਰਦੇ, ਉਹਨੂੰ ਆਰਗੂਮੈਂਟ ਕਰਦੇ ਬਸ। ਜੋ ਕੰਮ ਹੁੰਦਾ ਉਹਨੂੰ ਕਹਿੰਦੇ ਵੀ ਰੋਕੋ ਬਸ। ਜੀ ਇਸ ਦੇ ਵਿੱਚ ਪੰਚਾਇਤ ਮੰਤਰੀ ਨਾਲ ਵੀ ਕਹਿੰਦੇ ਅਸੀਂ ਮੁਲਾਕਾਤ ਕਰ ਲਈ, ਇਸ ਦੇ ਨਾਲ ਐਮਐਲਏ ਸਾਹਿਬ ਨਾਲ ਮੁਲਾਕਾਤ ਕਰ ਲਈ, ਕਹਿੰਦੇ ਵੀ ਉਹਨਾਂ ਨੇ ਵੀ ਸਾਨੂੰ ਕਹਿ ਦਿੱਤਾ ਹੈ ਵੀ ਨਹੀਂ ਬਣਨ ਦੇਵਾਂਗੇ ਜੇਲ੍ਹ ਜੋ ਮਰਜ਼ੀ ਹੋ ਜੇ। ਫਿਰ ਕੀ ਲੱਗਦਾ ਫਿਰ ਤੁਸੀਂ ਵੀ ਉਸ ਨਾਲ ਸਹਿਮਤ ਹੋਵੋਗੇ ਸਰਕਾਰ ਦੇ ਨਾਲ? ਸਰਕਾਰ ਨਾਲ ਤਾਂ ਸਹਿਮਤ ਹਾਂ ਜੀ, ਜੋ ਸਰਪੰਚ ਕਰ ਰਿਹਾ ਕੰਮ ਤਾਂ ਠੀਕ ਕਰ ਰਿਹਾ ਜੀ। ਤੇ ਲੋਕਾਂ ਨੂੰ ਇੱਥੇ ਰੁਜ਼ਗਾਰ ਮਿਲੂਗਾ, ਚਹਿਲ ਮਹਿਲ ਹੋਊ, ਕਿਸੇ ਨੂੰ ਨੌਕਰੀ, ਕਿਸੇ ਨੂੰ ਦੁਕਾਨ ਖੋਲੂਗਾ, ਕੋਈ ਕੁਛ ਖੋਲੂ, ਬਾਹਰ ਨਹੀਂ ਭੱਜਣਗੇ। ਐਸੀ ਕੋਈ ਗੱਲ ਨਹੀਂ ਹੈਗੀ ਖਤਰੇ ਵਾਲੀ, ਇਹਦਾ ਪਿੰਡ ਸਮਾਂ ਸੇਫ ਰਹੇਗਾ ਜੀ। ਹਾਂਜੀ ਇਹ ਕੁਛ ਰਾਜ ਨਹੀਂ ਜੀ, ਅਜਿਹੀ ਕੋਈ ਗੱਲ ਨਹੀਂ ਹੋਣੀ। ਇਹਦੇ ਵਿੱਚ ਬੀਬੀਆਂ ਮੌਜੂਦ ਨੇ, ਇਹਨਾਂ ਨਾਲ ਜੀ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਜਿਹੜਾ ਆਪਣਾ ਜੇਲ੍ਹ ਬਣੂਗਾ ਜੀ ਬਹੁਤ ਵਧੀਆ ਕੰਮ ਹੈ ਜੀ। ਬਾਕੀ ਜੇਲ੍ਹ ਤੇ ਤਰ੍ਹਾਂ ਉਹਨਾਂ ਨੇ ਮੰਗ ਕਰੀ ਆ ਵੀ ਕੋਈ ਹਸਪਤਾਲ ਬਣ ਜਾਏ, ਬਣ ਜਾਏ, ਉਹ ਵੀ ਬਣ ਜਾਏ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਅਸੀਂ ਉਸ ਵਾਸਤੇ ਵੀ ਦੇਣੇ ਨੂੰ ਤਿਆਰ ਹਾਂਗੇ। ਪਰ ਕੋਈ ਹਸਪਤਾਲ ਇਹੋ ਜਿਹਾ ਵਧੀਆ ਲਿਆ ਮੈਂ ਚਾਹੇ ਉਹੀ ਲਿਆਣ ਦੂਸਰੀ ਪਾਰਟੀ ਵਾਲੇ, ਵੀ ਕੋਈ ਵਿੱਚ ਪਿੰਡ ਦਾ ਫ੍ਰੀ ਇਲਾਜ ਹੋਏ, ਕੋਈ ਪ੍ਰੋਬਲਮ ਨਹੀਂ ਹੈਗੀ। ਫ੍ਰੀ ਜ਼ਮੀਨ ਦਊਂਗੇ ਇਹਨਾਂ ਨੂੰ, ਜਿਹੜੇ ਹਸਪਤਾਲ ਵਾਲਿਆਂ ਨੂੰ। ਬਾਕੀ ਜਿਹੜੀ ਜ਼ਮੀਨ ਬਚ ਗਈ ਉਹ ਗਰੀਬਾਂ ਦੇ ਵਿੱਚ ਵੰਡੀ ਜਾਏਗਾ, ਸਾਨੂੰ ਬਹੁਤ ਖੁਸ਼ੀ ਹੋਊਗੀ। ਕਿਉਂਕਿ ਜਿਹੜੇ ਧਰਨੇ ਲਗੇ ਦਿੱਲੀ ਦੇ ਵਿੱਚ, ਉੱਥੇ ਕਹੇਗਾ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਠੀਕ ਹੈ। ਇਹ ਵੀ ਆਪਣੇ ਭਾਈ ਹੈ, ਠੀਕ ਹੈ, ਜਿਨ੍ਹਾਂ ਕੇ ਪਾਸ ਵਿਚਾਰਾ ਡੌਲਾਂ ਪਰ ਕੱਖ ਵੱਢਣੇ ਵਾਸਤੇ ਅਗਲਾ ਹਰੇਕ ਸਪਰੇਅ ਕਰਦਾ ਹੈ ਨਹੀਂ ਜੀ। ਇਹਨਾਂ ਨੂੰ ਜੋ ਵੀ ਬੈਠਾ ਹਿੱਸਾ ਇਹਨਾਂ ਦਾ, ਜਿਸ ਤਰ੍ਹਾਂ ਵੀ ਆਵਾ ਬਿੱਗਾ 2 ਬਿੱਗਾ ਅੱਧਾ ਕਿੱਲਾ ਇਹਨਾਂ ਨੂੰ ਵੰਡੀ ਆ ਜਿਹੜੀ ਬਚ ਗਈ ਜੀ, ਠੀਕ ਹੈ। ਅਸੀਂ ਇਹੀ ਕਹਿਣਾ ਚਾਹ ਰਹੇ ਹਾਂ ਜੀ। ਇਸ ਦੇ ਵਿੱਚ ਇੱਕ 18 ਤਰੀਕ ਨੂੰ ਮੈਸੇਜ ਜਿਹੜਾ ਜੋਰਾ ਨਾਮ ਦੇ ਜਿਹੜਾ ਇੱਕ ਮੈਸੇਜ ਪਾਉਂਦੇ ਨੇ, ਕਹਿੰਦੇ ਨੇ ਵੀ ਇਹ ਬਿਲਕੁਲ ਬੰਦ ਹੋ ਗਿਆ, ਇਸ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਨੀ। ਹੁਣ ਸਰਪੰਚ ਨੇ ਵੀ ਕਹਿ ਦਿੱਤਾ ਵੀ ਇਸ ਦੇ ਵਿੱਚ ਜੇਲ੍ਹ ਨਹੀਂ ਬਣੇਗੀ। ਲੋਕ ਸਾਰੇ ਸਹਿਮਤ ਸੀ, ਇਹ ਗਰੁੱਪ ਦੇ ਵਿੱਚ ਮੈਸੇਜ ਪਾਇਆ ਗਿਆ। ਤੁਸੀਂ ਕਿੰਨਾ ਜੋਰਾ ਸਿੰਘ ਵਿੱਚ ਮੈਸੇਜ ਪਾਇਆ? ਜੋਰਾ ਸਿੰਘ ਜੀ, ਇਹ ਤਾਂ ਫਜ਼ੂਲ ਗੱਲਾਂ ਜੀ ਐਵੇਂ, ਠੀਕ ਹੈ ਜੀ। ਅਸੀਂ ਸਹਿਮਤ ਹਾਂ ਜੇਲ੍ਹ ਬਣਨੀ ਚਾਹੀਦੀ ਹੈ। ਬਾਕੀ ਤੁਹਾਡੇ ਸਾਹਮਣੇ ਖੜੇ ਹਾਂ, ਇਹ ਸਾਰੇ ਪਿੰਡ ਦੇ ਰੀਜਨਲ ਬੰਦੇ हैं, ਇਹਦੇ ਵਿੱਚ ਬਾਹਰ ਦਾ ਕੋਈ ਬੰਦਾ ਨਹੀਂ ਹੈ। ਜਿਹੜੀ ਕੱਲ ਕਾਨਫਰੰਸ ਕਰੀਏ ਜੀ, ਉਹਦੇ ਵਿੱਚ ਪਿੰਡ ਦੇ ਸਿਰਫ 35-40 ਬੰਦੇ ਤੇ, ਬਾਕੀ ਸਾਰੇ ਬਾਹਰ ਗਏ ਤੇ ਜੀ। ਇਹ ਤੁਸੀਂ ਦੇਖ ਲਓ ਕੱਲੇ ਕੱਲੇ ਘਰ ਤੇ ਕੀ ਬੰਦਾ ਪਹੁੰਚਿਆ ਵਾ, ਤੁਸੀਂ ਹਰੇਕ ਨੂੰ ਪੁੱਛ ਸਕਾਂ ਵੀ ਹਾਂ ਤੁਮੇ ਸਹਿਮਤ ਹੈ ਕਿ ਨਹੀਂ ਹੈ। ਬਾਕੀ ਤੁਸੀਂ ਇਹਨਾਂ ਕੀ ਦੇਖ ਲਓ, ਸਹਿਮਤੀ ਹੈ ਸਾਡੀ, ਇਹਨਾਂ ਗੱਲ ਸਹਿਮਤੀ ਹੈ। ਹੁਣ ਪਿੰਡ ਦੇ ਲੋਕ ਇਕੱਠੇ ਹੋ ਕੇ ਆਏ ਵੀ ਭਾਈ ਆਪਾਂ ਜੇਲ੍ਹ ਬਣਾਉਣੀ ਹੈ, ਜਿਹੜੀ ਬਚ ਗਈ ਉਹ ਸਾਡੇ ਵਾਸਤੇ ਵੀ ਬੋਲੋ, ਵੀ ਸਾਨੂੰ ਉਹਦੇ ਵਿੱਚ ਆਪਣਾ ਖੇਤੀ ਕਰਨੇ ਵਾਸਤੇ, ਪਸ਼ੂਆਂ ਚਾਰ ਬੀਜਣ ਵਾਸਤੇ ਜ਼ਮੀਨ ਦੇਈ ਜਾਏ, ਠੀਕ ਹੈ। ਅਸੀਂ ਸਹਿਮਤ ਹੈਗੇ। ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਗਰੀਬਾਂ ਬਾਰੇ ਵੀ ਸੋਚੋ। ਸਾਨੂੰ ਹੁਕਮ ਆਊਗਾ, ਅਸੀਂ ਡੇਢ ਦੇ ਕੇ ਮਤਾ ਪਾ ਕੇ ਦੇ ਦਾਂਗੇ ਵੀ ਇਹਨਾਂ ਨੂੰ ਮਿਲਣੀ ਚਾਹੀਦੀ ਜੀ। ਰੁਜ਼ਗਾਰ ਕੀ ਕੁਝ ਮਿਲੇਗਾ? ਤੁਸੀਂ ਇਸ ਦੇ ਵਿੱਚ ਕੀ ਸਹਿਮਤੀ ਜਤਾਓਗੇ ਕਿ ਵਾਕਈ ਪਿੰਡ ਦੇ ਲੋਕਾਂ ਨੂੰ ਜਾਂ ਪਿੰਡ ਦੇ ਜਿਹੜੇ ਐਸਸੀ ਨੇ, ਭਾਵੇਂ ਜਰਨਲ ਨੇ, ਸਾਰਿਆਂ ਨੂੰ ਰੁਜ਼ਗਾਰ ਮਿਲੇਗਾ? ਕੀ ਕੁਝ ਰੁਜ਼ਗਾਰ ਮਿਲ ਸਕਦਾ? ਕੀ ਲੱਗਦਾ ਵੀ ਉੱਥੇ? ਦੇਖੋ ਜੀ, ਮੈਰਿਟ ਦੇ ਆਧਾਰ ਪਰ ਸਭ ਨੂੰ ਇਸ ਤਰ੍ਹਾਂ ਵੀ ਹੁਣ ਪੁਲਿਸ ਦੇ ਵਿੱਚ ਵੀ ਆਪਣਾ ਮੀਟਿੰਗ ਹੋਈ ਸਾਡੀ ਸਭ ਕੋਲ ਵੀ, ਜਿੱਥੇ 5% ਅਸੀਂ ਕੋਟਾ ਮੰਗਿਆ ਜਿਹੜੀ ਪੁਲਿਸ ਦੇ ਵਿੱਚ ਭਰਤੀ ਹੈ। ਸਾਡੇ ਪਿੰਡ ਦੇ ਨੌਜਵਾਨ ਹੋਏ, ਉਹਨੇ ਸਾਨੂੰ 3% ਪਰ ਸਹਿਮਤ ਕਰ ਰਹੇ, ਅਸੀਂ ਹੋਏ ਨਹੀਂ ਹਲ ਜਿਹੜਾ ਲਿਖਤੀ ਐਗਰੀਮੈਂਟ ਹੈ ਹੋਣਾ ਬਾਕੀ ਹੈ ਜੀ, ਠੀਕ ਹੈ ਜੀ। ਬਾਕੀ ਰੁਜ਼ਗਾਰ ਹੈ, ਇਸ ਤਰ੍ਹਾਂ ਜੇਲ੍ਹ ਵਾਰਡ ਹੋ ਗਏ ਜੀ, ਸੇਵਕ ਸਫਾਈ ਵਾਲੇ ਹੋ ਗਏ ਜੀ, ਹੋਰ ਵੀ ਕਈ ਤਰ੍ਹਾਂ ਦੇ ਵਿੱਚ ਕਰਮਚਾਰੀ ਰੱਖਣੇ, ਉਹ ਆਪਣੇ ਪਿੰਡ ਨੂੰ ਪਹਿਲ ਹੈ। ਬਾਕੀ ਪਿੰਡ ਦੇ ਬਾਅਦ ਲਾਗਾਂ ਬੰਨੇ ਚੰਨੇ ਨੂੰ ਪਹਿਲ ਹੈਗੀ, ਮਤਲਬ ਪੂਰੀ ਤਰੱਕੀ ਹੋਊਗੀ ਪਿੰਡ ਦੀ ਜੀ। ਬੰਦੇ ਆਪਣਾ ਕਾਰੋਬਾਰ ਵੀ ਕਰ ਸਕਾਂ, ਇਸ ਤਰ੍ਹਾਂ ਜਿਹੜੇ ਦੁੱਧ ਹੈ, ਸਬਜ਼ੀਆਂ, ਬਹੁਤ ਕੁਝ ਹੋਊਗਾ ਜੀ, ਖਾਸਾ ਕੰਮ ਚੱਲੂਗਾ ਪਿੰਡ ਵਾਸਤੇ ਜੀ। ਮਤਲਬ ਰੁਜ਼ਗਾਰ ਨੂੰ ਵਾਧਾ ਹੋਏਗਾ ਇਸ ਦੇ ਵਿੱਚ। ਨੌਜਵਾਨ ਭਾਵੇਂ ਬਜ਼ੁਰਗ ਨੇ, ਕੋਈ ਵੀ ਹੈ। ਤੁਸੀਂ ਕੁਝ ਕਹਿ ਰਹੇ ਸੀ, ਕੀ ਲੱਗਦਾ ਵੀ ਪੰਚਾਇਤ ਮੰਤਰੀ ਨੇ ਵੀ ਕਹਿਤਾ ਵੀ ਉਹਨਾਂ ਨਾਲ ਮੁਲਾਕਾਤ ਹੋਈ ਸੀ ਕਿ ਅਸੀਂ ਇਸ ਨੂੰ ਨਹੀਂ ਬਣਨ ਦੇਵਾਂਗੇ ਪ੍ਰੋਜੈਕਟ ਨੂੰ। ਐਮਐਲਏ ਸਾਹਿਬ ਵੀ ਕਹਿੰਦੇ ਨੇ ਅਸੀਂ ਇਸ ਪ੍ਰੋਜੈਕਟ ਨੂੰ ਨਹੀਂ ਬਣਨ ਦੇਵਾਂਗੇ। ਫਿਰ ਕੀ ਲੱਗਦਾ ਫਿਰ ਲੋਕਾਂ ਦੀ ਤਾਕਤ ਜਿਹੜੀ ਹੈ ਵੀ ਉਹ ਕਹੇਗੀ ਵੀ ਨਹੀਂ ਬਣਨੀ ਚਾਹੀਦੀ, ਫਿਰ ਉਹ ਸਰਪੰਚ ਵੀ, ਸਰਕਾਰ ਵੀ ਸਾਰੀ ਸਹਿਮਤ ਹੋਏਗੀ? ਨਹੀਂ ਸਰ, ਹੋਣੀ ਚਾਹੀਦੀ ਹੈਗੀ। ਸਾਡੇ ਗਰੀਬ ਤਬਕਾ ਜੋ ਵੀ ਹੈਗਾ, ਕੋਈ ਚਾਹ ਦੀ ਰੇਹੜੀ ਲਾਏਗਾ, ਕੋਈ ਪਰੌਂਠੇ ਦੀ ਲਾਏਗਾ, ਕੋਈ ਸਬਜ਼ੀ ਦੀ ਲਾਏਗਾ, ਕੋਈ ਫਰੂਟ ਦੀ ਲਾਏਗਾ, ਉਹ ਚੱਲੇਗਾ ਜੀ। ਜਿਹੜਾ ਗਰੀਬ ਤਬਕਾ ਉਸ ਨੂੰ ਰੁਜ਼ਗਾਰ ਮਿਲੇਗਾ ਸਰ, ਬਹੁਤ ਜ਼ਿਆਦਾ ਮਿਲੇਗਾ ਸਰ। ਕੀ ਲੱਗਦਾ ਸਰਕਾਰ ਅਲਾਉ ਕਰੇਗੀ ਜੇਲ੍ਹ ਦੇ ਨੇੜੇ ਤੇੜੇ ਵੀ? ਕਿਉਂਕਿ ਬਹੁਤ ਘੱਟ ਹੁੰਦਾ ਜੇਲ੍ਹਾਂ ਦੇ ਨੇੜੇ ਤੇੜੇ, ਕਿਸੇ ਨੂੰ ਲੱਗਣ ਨਹੀਂ ਦਿੰਦੇ, ਕਿਸੇ ਦੀ ਰੇਹੜੀ ਹੈ, ਕਿਸੇ ਦੀ ਹੈਗਾ, ਪਟਿਆਲੇ ਹੈਗਾ ਜੀ, ਨਾਭੇ ਹੈਗਾ ਜੀ। ਅਸੀਂ ਜਾਣਦੇ ਹਾਂ ਕਿ ਸਾਨੂੰ ਪਤਾ ਜੀ। ਅੰਦਰ ਕੰਟੀਨ ਹੈ, ਕੰਟੀਨ ਮਿਲੇਗੀ ਸਾਨੂੰ, ਅੰਦਰ ਕੰਟੀਨ ਹੈ, ਖਾਣਾ ਪੀਣਾ ਜੋ ਵੀ ਹੈਗਾ ਸਾਨੂੰ ਉਹ ਮਿਲੇਗਾ, ਸਾਨੂੰ ਮੌਕਾ ਮਿਲੇਗਾ ਸਰ, ਪਿੰਡ ਨੂੰ ਮੌਕਾ ਮਿਲੇਗਾ ਪਹਿਲਾਂ।
ਇਸ ਕਾਰਨ ਜੀ ਤੇ ਬਾਕੀ ਸਰਕਾਰ ਸਭ ਤੋਂ ਵੱਧ ਰੁਜ਼ਗਾਰ ਮਿਲੇਗਾ ਸਾਨੂੰ। ਜੀ ਮਤਲਬ ਤੁਸੀਂ ਸਾਰੇ ਸਹਿਮਤ? ਹਾਂ ਹਾਂ ਸਹਿਮਤ ਸਹਿਮਤ ਬਿਲਕੁਲ ਸਾਰੇ ਹਾਂ। ਕੁਝ ਜਾਂਦੇ ਕਹਿਣਾ ਚਾਹੁੰਦੇ ਸਰਪੰਚ ਸਾਹਿਬ, ਕੀ ਲੱਗਦਾ ਵੀ ਸਾਰੇ ਹੁਣ ਸਹਿਮਤ ਹਨ? ਤੁਸੀਂ ਜੀ ਕੁਝ ਕਹਿਣਾ ਚਾਹੁੰਦੇ? ਸਹਿਮਤ ਹਾਂ ਤੇ ਸਹਿਮਤ ਹੋ? ਹਾਂਜੀ ਤੁਸੀਂ ਵੀ ਬੇਬੇ? ਹਾਂਜੀ, ਸਾਨੂੰ ਥੋੜੀ ਬਹੁਤੀ ਜ਼ਮੀਨ ਮਿਲਣੀ ਚਾਹੀਦੀ। ਜਿਵੇਂ ਤਾਂ ਮਿਲੂਗੀ। ਹਾਂ, ਅਸੀਂ ਗਰੀਬ ਹੈ ਜੀ ਬਹੁਤ। ਹਾਂਜੀ ਮਤਲਬ ਜਿਨ੍ਹਾਂ ਨੇ ਇੱਥੇ ਜ਼ਮੀਨ ਪਈ ਹੋਈ ਆ ਤੁਹਾਡੇ ਗਰੀਬਾਂ ਵਾਸਤੇ ਨਹੀਂ ਚਾਹੀਦੀ? ਹਾਂਜੀ ਹਾਂਜੀ, ਗਰੀਬਾਂ ਨੂੰ ਮਿਲਣੀ ਚਾਹੀਦੀ ਹੈ ਜੀ। ਜੀ ਮਤਲਬ ਸਾਰਿਆਂ ਨੂੰ ਮਿਲਣੀ ਚਾਹੀਦੀ। ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਾਂਦੇ? ਕੀ ਲੱਗਦਾ, ਉਮੀਦ ਹੈ ਜੇ ਸਰਕਾਰ ਤੋਂ ਕਹਿੰਦੇ ਉੱਤੇ ਕੁਝ ਨਹੀਂ ਹੁੰਦਾ, ਤੁਸੀਂ ਵੀ ਸਰਕਾਰ ਦੇ ਵਿੱਚ ਹੋ, ਕੀ ਲੱਗਦਾ ਧਾਲੀਵਾਲ ਸਾਹਿਬ ਕਹਿ ਰਹੇ ਨੇ ਕਿ ਮਤਾ ਨਹੀਂ ਪਾਸ ਹੋਏਗਾ, ਜਿਵੇਂ ਮਤਾ ਪਾਸ ਹੋ ਚੁੱਕਿਆ ਵੀ ਇਹ ਬਣਨ ਨਹੀਂ ਦੇਵਾਂਗੇ ਪ੍ਰੋਜੈਕਟ, ਐਮਐਲਏ ਸਾਹਿਬ ਵੀ ਕਹਿ ਰਹੇ ਨੇ, ਫਿਰ ਕੀ ਲੱਗਦਾ ਵੀ ਸਰਕਾਰ ਲੋਕਾਂ ਦੇ ਨਾਲ ਹੀ ਚੱਲੇਗੀ? ਦੇਖੋ ਐਮਐਲਏ ਸਾਹਿਬ ਨੂੰ ਅਸੀਂ ਮਿਲ ਵੀ ਲਵਾਂਗੇ ਜੀ, ਇਹਦੇ ਵਿੱਚ ਪਿੰਡ ਦੀ ਭਲਾਈ ਹੈ। ਐਮਐਲਏ ਸਾਹਿਬ ਵੀ ਤੁਸੀਂ ਸਾਡੀ ਮਦਦ ਕਰੋ, ਜੇਲ੍ਹ ਬਣੀ ਚਾਹੀਦੀ ਹੈ ਜੀ। ਬਾਕੀ ਮੰਤਰੀ ਸਾਹਿਬ ਹੈ, ਪੰਚਾਇਤ ਮੰਤਰੀ ਧਾਰੀਵਾਲ ਸਾਹਿਬ, ਉਸ ਨੂੰ ਵੀ ਅਸੀਂ ਮਿਲੂਗੇ ਵੀ ਜੇਲ੍ਹ ਬਣਨੀ ਚਾਹੀਦੀ ਜੀ। ਲੋਕਾਂ ਦਾ ਰੁਜ਼ਗਾਰ ਹੈ ਜੀ, ਪਿੰਡਾਂ ਦਾ ਰੁਜ਼ਗਾਰ ਵਧੂਗਾ। ਬਾਕੀ ਹੋਰ ਵੀ ਜਿਹੜੇ ਮੰਤਰੀ ਅਸੀਂ ਉਸ ਨੂੰ ਮਿਲਾਂਗੇ। ਅਸੀਂ ਭਗਵੰਤ ਮਾਨ ਨੂੰ ਵੀ ਤੁਹਾਡੇ ਜਰੀਏ ਗੱਲ ਅਪੀਲ ਕਰ ਰਹੇ ਹਾਂ ਵੀ ਜਿਹੜੀ ਜੇਲ੍ਹ ਹੈ ਛੇਤੀ ਤੋਂ ਬਣਾਈ ਜਾਏ। ਸਾਰਾ ਪਿੰਡ ਤਕਰੀਬਨ 5-4 ਘਰਾਂ ਨੂੰ ਛੱਡ ਕੇ ਸਹਿਮਤ ਹੈ ਜੀ, ਕੋਈ ਇਤਰਾਜ਼ ਨਹੀਂ ਹੈ ਕਿਸੇ ਨੂੰ ਵੀ। ਬਾਕੀ ਜਿਹੜੀ ਜ਼ਮੀਨ ਬਚ ਰਹੀ ਹੈ ਉਹ ਗਰੀਬਾਂ ਨੂੰ ਤਕਸੀਮ ਕਰੀ ਜਾਏ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਸਾਰੇ ਸਹਿਮਤ ਹੈਗੇ। ਕੋਈ ਜੱਟ ਜ਼ਿਮੀਂਦਾਰ ਜੀਵਨ ਨਹੀਂ ਹੈ ਉਹਨੂੰ ਵੀ ਦਈ ਹੈ ਜੀ। ਇਸ ਦੇ ਵਿੱਚ ਸਾਰੇ ਸਹਿਮਤ ਨੇ, ਪਰ ਦੂਜੀ ਧਿਰ ਕੀ ਕਹਿੰਦੀ ਹੈ? ਪਰ ਵਿਰੋਧ ਕੀਤਾ ਜਾ ਰਿਹਾ ਕਿ ਅਸੀਂ ਜੇਲ੍ਹ ਨਹੀਂ ਬਣਨ ਦੇਵਾਂਗੇ, ਜੋ ਮਰਜ਼ੀ ਹੋ ਜੇ, ਅਸੀਂ ਐਮਐਲਏ ਸਾਹਿਬ ਨੂੰ ਮਿਲਾਂਗੇ, ਪੰਚਾਇਤ ਮੰਤਰੀ ਨੂੰ ਮਿਲਾਂਗੇ, ਸਰਕਾਰ ਦਾ ਵੀ ਬੂਹਾ ਖੜਕਾਵਾਂਗੇ, ਜੇਲ੍ਹ ਨਾ ਬਣੇ, ਇੱਥੇ ਗੈਂਗਸਟਰ ਆਣਗੇ, ਇੱਥੇ ਆਲੇ ਦੁਆਲੇ ਨਸ਼ਾ ਆਏਗਾ, ਤਾਂ ਹਰ ਇੱਕ ਚੀਜ਼ ਨੂੰ ਜਿਹੜਾ ਪਹਿਲ ਦਿੱਤੀ ਜਾਏਗੀ। ਪਰ ਇਸ ਦੇ ਵਿੱਚ ਜੇ ਸਰਪੰਚ ਦੀ ਗੱਲ ਕਰ ਲਈਏ, ਬਾਕੀ ਪਿੰਡ ਦੇ ਲੋਕਾਂ ਦੀ ਗੱਲ ਕਰ ਲਈਏ, ਉਹ ਕਹਿ ਰਹੇ ਨੇ ਕਿ ਸਾਨੂੰ ਰੋਜ਼ਗਾਰ ਮਿਲੇਗਾ, ਜ਼ਮੀਨ ਹੈ ਜਿਹੜੀ ਗਰੀਬਾਂ ਨੂੰ ਦਿੱਤੀ ਜਾਏਗੀ। ਪਰ ਇਸ ਦੇ ਵਿੱਚ ਦੇਖਣਾ ਕੀ ਹੋਏਗਾ, ਤਸਵੀਰ ਕੀ ਨਿਕਲੇਗੀ। ਅਸੀਂ ਦੂਜੀ ਧਿਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ। ਸਰਪੰਚ ਦੇ ਨਾਲ ਗੱਲ ਕਰ ਰਹੇ ਸੀ, ਪਿੰਡ ਦੇ ਲੋਕਾਂ ਨਾਲ ਗੱਲ ਕਰ ਰਹੇ ਸੀ, ਤਾਂ ਉਹ ਕਹਿ ਰਹੇ ਸੀ ਕਿ ਜੇਲ੍ਹ ਬਣੇਗੀ, ਸਹਿਮਤੀ ਬਣ ਗਈ। ਪਰ ਇਸ ਦੇ ਵਿੱਚ ਦੂਜੀ ਵਿਰੋਧੀ ਧਿਰ ਕੀ ਕਹਿੰਦੀ ਹੈ, ਉਹਨਾਂ ਦੇ ਵੀ ਅਸੀਂ ਪੱਖ ਲੈ ਰਹੇ ਹਾਂ। ਇੱਕ ਵਾਰੀ ਮੈਂ ਪਹਿਲਾਂ ਪਿੱਛੇ ਥਾਂ ਦਿਖਾਵਾਂਗਾ ਜਿੱਥੇ ਕਿ ਜੇਲ੍ਹ ਬਣਨ ਦੀ ਤਿਆਰੀ ਚੱਲਣੀ ਹੈ। ਮਤਾ ਵੀ ਪਾਸ ਹੋਇਆ, ਪਰ ਇਸ ਦੇ ਵਿੱਚ ਸਰਪੰਚ ਕੀ ਸੋਚਦੇ ਸੀ? ਸਰਪੰਚ ਨੇ ਕਹਿ ਦਿੱਤਾ ਸੀ ਕਿ ਨਹੀਂ ਬਣੇਗੀ ਇੱਥੇ ਜੇਲ੍ਹ, ਸਹਿਮਤੀ ਜਿਹੜੀ ਪਿੰਡ ਦੇ ਲੋਕਾਂ ਨਾਲ ਬਣ ਗਈ ਸੀ। ਪਰ ਹੁਣ ਇੱਕਦਮ ਸਰਪੰਚ ਦਾ ਜਿਹੜਾ ਕਹਿ ਸਕਦੇ ਆ ਮਨ ਬਦਲਿਆ ਜਾਂ ਕੀ ਹੋਇਆ, ਪਰ ਲੋਕ ਕੀ ਸੋਚਦੇ ਨੇ ਬਈ ਉਹਨਾਂ ਨਾਲ ਗੱਲ ਕਰਦੇ ਆ ਕਿ ਇਹਨਾਂ ਦਾ ਕੀ ਕਹਿਣਾ ਕਿ ਵਾਕਈ ਇਸ ਵਾਰ ਜਿਹੜੀ ਜੇਲ੍ਹ ਇੱਥੇ ਬਣਨੀ ਚਾਹੀਦੀ ਹੈ ਜਾਂ ਨਹੀਂ, ਉਮੀਦ ਕੀ ਰੱਖਦੇ ਨੇ। ਪਰ ਇਹਨਾਂ ਦਾ ਇਹ ਕਹਿਣਾ ਹੈ ਕਿ ਇੱਥੇ ਜੇ ਜੇਲ੍ਹ ਬਣ ਗਈ, ਗੈਂਗਸਟਰਾਂ ਨੂੰ ਜਿਹੜੀ ਆ ਖੁੱਲ੍ਹ ਮਿਲੇਗੀ, ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਭੱਜਣਗੇ, ਨਸ਼ਾ ਤਸਕਰੀ ਬਹੁਤ ਜ਼ਿਆਦਾ ਹੋਏਗੀ। ਪਰ ਲੋਕ ਕੀ ਸੋਚਦੇ ਨੇ, ਲੋਕ ਕੀ ਕਹਿੰਦੇ ਨੇ, ਜਿਵੇਂ ਅਸੀਂ ਉੱਥੇ ਗੱਲ ਕਰਾਈ, ਉੱਥੇ ਵੀ ਕੁਝ ਲੋਕ ਸਰਪੰਚ ਦੇ ਨਾਲ ਖੜੇ ਹੋਏ ਸੀ, ਪਰ ਵਿਰੋਧੀ ਧਿਰ ਉਹ ਕੀ ਕਹਿੰਦੀ ਹੈ? ਬਾਈ ਜੀ ਕੀ ਉਮੀਦ ਲੱਗਦੀ ਹੈ? ਸਰਪੰਚ ਸਾਹਿਬ ਨਾਲ ਗੱਲ ਕਰਕੇ ਆਏ, ਉਹ ਕਹਿ ਰਹੇ ਨੇ ਕਿ ਪਹਿਲਾਂ ਮੇਰੀ ਸਹਿਮਤੀ ਨਹੀਂ ਸੀ, ਚਲੋ ਮੈਂ ਹੁਣ ਸਹਿਮਤੀ ਜਤਾ ਰਿਹਾ, ਜੇਲ੍ਹ ਬਣੇਗੀ, ਰੁਜ਼ਗਾਰ ਮਿਲੇਗਾ ਪਿੰਡ ਦੇ ਲੋਕਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਗਵੀਰ ਸਿੰਘ ਹੈ ਜੀ। ਇਹ ਨਾ ਅਸੀਂ ਪਹਿਲਾਂ ਸਰਪੰਚ ਸਾਹਿਬ ਨੇ ਚਲੋ ਮਤਾ ਪਾ ਕੇ ਦੇ ਦਿਆ ਜੀ ਆਪਣਾ ਸਰਕਾਰ ਨੂੰ ਵੀ ਠੀਕ ਹੈ ਜੀ, ਅਸੀਂ ਪਿੰਡ ਦੀ ਜ਼ਮੀਨ ਦੇ ਰਹੇ ਹਾਂ 17.5 ਏਕੜ। ਉਹ ਤੋਂ ਬਾਅਦ ਜੀ ਅਸੀਂ ਜਦੋਂ ਇਹ ਆਪਣਾ ਬਜਟ 'ਚ ਪੇਸ਼ ਹੋਈ ਹੈ ਜੀ ਆਪਣਾ ਜੇਲ੍ਹ 27 ਤਰੀਕ ਨੂੰ ਜੀ, ਫਿਰ ਪਿੰਡ ਵਾਸੀਆਂ ਨੂੰ ਜਦੋਂ ਪਤਾ ਲੱਗਿਆ ਵੀ ਹਾਂ ਇਹ ਤਾਂ ਗਲਤ ਕੰਮ ਹੋ ਗਿਆ, ਤਾਂ ਪਿੰਡ ਵਾਸੀਆਂ ਨੇ ਇਹਨਾਂ ਨੂੰ ਕਿਹਾ, ਅਸੀਂ ਵੀ ਕਿਹਾ ਜੀ ਉਹਨਾਂ ਨੂੰ ਜਾ ਕੇ ਵੀ ਤੁਸੀਂ ਇਹ ਚੀਜ਼ ਗਲਤ ਕਰ ਰਹੇ ਹੋ। ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਕੋਈ ਗੱਲ ਨਹੀਂ, ਅਸੀਂ ਗ੍ਰਾਮ ਸਭਾ ਦੇ ਵਿੱਚ ਤੁਹਾਡਾ ਮਤਾ ਪਵਾ ਦੂੰ ਵੀ ਅਸੀਂ ਨਹੀਂ ਜੇਲ੍ਹ ਬਣ ਦੇਵਾਂਗੇ। ਚਲੋ ਜੀ 25 ਤਰੀਕ ਨੂੰ ਵੀ 25 ਜੂਨ ਨੂੰ ਅਸੀਂ ਗ੍ਰਾਮ ਸਭਾ ਦਾ ਮਤਾ ਪਵਾਇਆ ਜੀ। ਉਹਦੇ ਕੋਲ ਜੀ ਆਪਣੇ ਕੋਲ ਉਹਦੀ ਕਾਪੀ ਵੀ ਹੈਗੀ, ਉਹਦੇ ਵਿੱਚ ਸਰਪੰਚ ਸਾਹਿਬ ਨੇ ਵੀ ਸਾਈਨ ਕਰੇ ਹੈ ਜੀ, ਪਿੰਡ ਦੀ ਗ੍ਰਾਮ ਸਭਾ ਨੇ ਵੀ ਸਾਈਨ ਕਰੇ, ਪੰਚਾਂ ਦੇ ਵੀ ਸਾਈਨ ਹੈ ਉਹਦੇ ਵਿੱਚ। ਫਿਰ ਉਹਦੇ ਵਿੱਚ ਉਹਨਾਂ ਨੇ ਸਾਨੂੰ ਸਹਿਮਤੀ ਦੇ ਦੀ ਵੀ ਠੀਕ ਹੈ ਅਸੀਂ ਜੇਲ੍ਹ ਨਹੀਂ ਬਣ ਦੇਵਾਂਗੇ। ਉਹ ਤੋਂ ਬਾਅਦ ਜੀ ਹੁਣ ਤੁਸੀਂ ਦੱਸ ਰਹੇ ਹੋ ਵੀ ਸਰਪੰਚ ਸਾਹਿਬ ਫੇਰ ਕਹਿ ਰਹੇ ਹੈ ਬਈ ਅਸੀਂ ਜੇਲ੍ਹ ਬਣਵਾਵਾਂਗੇ। ਇਹ ਕੋਈ ਸਮਝਦਾਰਾਂ ਵਾਲੀ ਗੱਲ ਨਹੀਂ ਹੈ ਜੀ, ਕਿਉਂਕਿ ਇੱਕ ਗੱਲ ਤੇ ਖੜਨਾ ਚਾਹੀਦਾ ਜੀ ਬੰਦਿਆਂ ਨੂੰ ਬਈ ਹੁਣ ਅਸੀਂ ਸ਼ੁਰੂ ਤੋਂ ਇਹੀ ਕਹਿ ਰਹੇ ਹਾਂ ਵੀ ਅਸੀਂ ਜੇਲ੍ਹ ਨਹੀਂ ਬਣ ਦੇਵਾਂਗੇ। ਅਸੀਂ ਅੱਜ ਵੀ ਕਹਿ ਰਹੇ ਹਾਂ ਵੀ ਅਸੀਂ ਜੇਲ੍ਹ ਨਹੀਂ ਬਣਦਾ, ਅਸੀਂ ਕੱਲ ਨੂੰ ਵੀ ਇਹੀ ਕਹਾਂਗੇ ਵੀ ਅਸੀਂ ਜੇਲ੍ਹ ਨਹੀਂ ਬਣ ਦੇਣੀ ਜੀ, ਬਣਨ ਨਹੀਂ ਦੇਣੀ। ਪਰ ਇਸ ਦੇ ਵਿੱਚ ਸਹਿਮਤੀ ਹੁੰਦੀ ਹੈ ਸਰਪੰਚ ਦੀ, ਪਰ ਸਰਪੰਚ ਹੁਣ ਮੁਨਕਰ ਹੋ ਰਹੇ ਨੇ, ਕਹਿ ਰਹੇ ਵੀ ਨਹੀਂ ਜੇਲ੍ਹ ਬਣੇਗੀ। ਉਮੀਦ ਕੀ ਲੱਗਦੀ ਹੈ? ਕੀ ਲੱਗਦਾ ਵੀ ਤੁਹਾਡੇ ਵੱਲ ਪੱਖ ਜ਼ਿਆਦਾ ਹੋਣਗੇ, ਤੁਹਾਡੇ ਲੋਕ ਜਿਹੜੇ ਜ਼ਿਆਦਾ ਹੋਣਗੇ ਜਿਸ ਦਾ ਵਿਰੋਧ ਕਰ ਰਿਹਾ, ਜੇਲ੍ਹ ਦਾ ਵਿਰੋਧ ਕਰ ਰਿਹਾ, ਕੀ ਲੱਗਦਾ ਸਰਪੰਚ ਦੀ ਵੋਟ ਜ਼ਿਆਦਾ ਹੋਏਗੀ, ਸਰਪੰਚ ਨਾਲ ਲੋਕ ਖੜਨਗੇ, ਐਸਸੀ ਹੈ ਭਾਵੇਂ BC ਹੈ ਭਾਵੇਂ ਜਰਨਲ ਹੈ ਕੋਈ ਵੀ ਹੈ? ਇਹ ਵੀ ਸਰਪੰਚ ਕਹਿ ਰਹੇ ਨੇ ਕਿ ਉੱਥੇ ਬਾਹਰ ਦੇ ਬੰਦੇ ਸੀ, ਆਧਾਰ ਕਾਰਡ ਵੀ ਕਹਿੰਦੇ ਹੁਣ ਤੁਸੀਂ ਕਹਿ ਰਹੇ ਹੋ ਚੈੱਕ ਕਰ ਲਓ ਭਾਵੇਂ ਕਿਸੇ ਦੇ। ਹਾਂਜੀ ਅਸੀਂ ਪਿੰਡ ਦੇ ਹੀ ਬੰਦੇ ਹਾਂ, ਅਸੀਂ ਕੋਈ ਬਾਹਰ ਦੇ ਨਹੀਂ ਹੈਗੇ ਜੀ। ਤੇ ਅਸੀਂ ਤਾਂ ਇਹੀ ਕਹਿੰਦੇ ਵੀ ਜੇਲ੍ਹ ਕੈਂਸਲ ਹੋਣੀ ਚਾਹੀਦੀ ਹੈ ਜੀ।
ਤੇ ਜੇਲ੍ਹ ਇੱਥੇ ਬਣਨ ਨਾਲ ਪਿੰਡ ਦਾ ਮਾਹੌਲ ਵੀ ਖਰਾਬ ਹੋਊਗਾ, ਇਹ ਸਭ ਨੂੰ ਪਤਾ ਹੈ ਜੀ। ਇਹ ਕਹਿਣ ਨੂੰ ਜੋ ਮਰਜ਼ੀ ਕਹੀ ਜਾਈਏ ਕੋਈ, ਪਰ ਜੇਲ੍ਹ ਬਣਨ ਨਾਲ ਪਿੰਡ ਦਾ ਮਾਹੌਲ ਖਰਾਬ ਹੋਏਗਾ, ਪਿੰਡ ਸਾਡੇ ਰਹਿਣ ਯੋਗ ਨਹੀਂ ਰਹੂਗਾ, ਸਾਨੂੰ ਪਿੰਡ ਅਖੀਰ ਨੂੰ ਛੱਡਣਾ ਪਊਗਾ ਇੱਥੇ। ਵੀ ਸਿਸਟਮ ਇਦਾਂ ਦਾ ਹੋ ਜਾਣਾ, ਇਹੋ ਜਿਹਾ ਮਾਹੌਲ 'ਚ ਰਹਿ ਨਹੀਂ ਪਾਵਾਂਗੇ। ਉੱਚੀ ਉੱਚੀਆਂ ਦੀਵਾਰਾਂ ਹੋ ਜਾਣੀਆਂ, ਘਰਾਂ ਦੀ ਪ੍ਰਾਈਵੇਸੀ ਵੀ ਖਤਮ ਹੋ ਜਾਣੀ, ਜਿਹੜੇ ਨੇੜੇ ਤੇੜੇ ਘਰ ਨੇ ਸਾਰਿਆਂ ਦੀ ਪ੍ਰਾਈਵੇਸੀ ਖਤਮ ਹੋਊਗੀ ਉਹਦੇ ਨਾਲ। ਫਿਰ ਉਹ ਅਖੀਰ ਨੂੰ ਪਿੰਡ ਛੱਡਣਾ ਹੀ ਪਊਗਾ ਸਾਨੂੰ ਫਿਰ ਜੀ। ਉਹ ਫਿਰ ਚੰਗੀ ਗੱਲ ਤਾਂ ਕੋਈ ਹੈ ਨਹੀਂ ਗੀ। ਪਿੰਡ ਛੱਡਣ ਲਈ ਮਜਬੂਰ ਹੋ ਜਾਣਾ। ਜਿਵੇਂ ਤੁਸੀਂ ਨਕਸ਼ਾ ਵੀ ਦਿਖਾ ਰਹੇ ਹੋ, ਇਸ ਦੇ ਵਿੱਚ ਆਹ ਜੇਲ੍ਹ ਦੀ ਥਾਂ ਹੈ। ਇਸ ਦੇ ਵਿੱਚ ਜਿਵੇਂ 75 ਏਕੜ ਕਿਹਾ ਜਾ ਰਿਹਾ, ਸਰਪੰਚ ਕਹਿੰਦੇ 75 ਏਕੜ ਜ਼ਮੀਨ ਹੈ, ਉਸ ਦੇ ਵਿੱਚੋਂ 17.5 ਜਿਹੜੀ ਹੈ ਜੇਲ੍ਹ ਨੂੰ ਦੇਵਾਂਗੇ। ਤੁਸੀਂ ਕੀ ਲੱਗਦਾ, ਤੁਸੀਂ ਹੁਣ ਪੰਚਾਇਤ ਮੰਤਰੀ ਨਾਲ ਮੁਲਾਕਾਤ ਕੀਤੀ, ਐਮਐਲਏ ਸਾਹਿਬ ਨਾਲ ਮੁਲਾਕਾਤ ਕੀਤੀ, ਉਹ ਤੁਹਾਨੂੰ ਕੀ ਕਹਿ ਰਿਹਾ ਵੀ ਨਹੀਂ ਬਣਨ ਦੇਵਾਂਗੇ? ਵੀਰ ਜੀ ਉਹਨਾਂ ਨੇ ਹਾਲੇ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ, ਪਰ ਸਾਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਹੈ ਵੀ ਉਹ ਪਿੰਡ ਦਾ ਸਾਥ ਦੇਣਗੇ। ਤੇ ਨੰਬਰ 2 ਤੇ 75 ਕਿੱਲੇ ਸਾਰੇ ਹੀ ਇੱਥੇ ਨਹੀਂ ਹੈਗੇ, ਕਾਫੀ ਥਾਵਾਂ ਤੇ ਨੇ। ਇਹਦੇ ਵਿੱਚੋਂ ਸਾਡੇ ਐਸਸੀ ਭਾਈਚਾਰੇ ਨੂੰ ਵੀ ਪਲਾਟ ਦਿੱਤੇ ਗਏ ਆ, ਇਹਦੇ ਵਿੱਚੋਂ ਸਾਡੀਆਂ ਧਰਮਸ਼ਾਲਾ ਵੀ ਕੱਟੀਆਂ ਗਈਆਂ ਨੇ। ਇੱਥੇ ਸਾਡੇ 75 ਕਿੱਲੇ ਇੱਥੇ ਪੂਰੇ ਨਹੀਂ ਹੈਗੇ, ਤੇ ਕਾਗਜ਼ਾਂ ਦੇ ਵਿੱਚ ਇਹਨਾਂ ਨੇ 25 ਕਿੱਲੇ ਦਿੱਤੇ ਹੋਏ ਆ, ਉੱਥੇ 17.5 ਕਿੱਲੇ ਪਾਸ ਹੋਏ ਨੇ। ਹਾਂਜੀ, ਤੇ ਇਹ 267 ਕਨਾਲ ਜ਼ਮੀਨ ਹੈ, ਜਿਸ ਦੇ ਵਿੱਚੋਂ 140 ਕਨਾਲ ਜ਼ਮੀਨ ਜੇਲ੍ਹ ਨੂੰ ਦਿੱਤੀ ਗਈ ਹੈ, ਜਦ ਕਿ ਇਹ 140 ਕਨਾਲ 4 ਮਰਲੇ ਇਹ ਜ਼ਮੀਨ ਬਣਦੀ ਹੈ 17.5 ਏਕੜ, ਪਰ ਮੰਗੀ ਹੋਈ ਹੈ ਜੋ ਇਸ ਦੇ ਵਿੱਚ ਮੰਗਿਆ ਹੋਇਆ ਹੈ ਉੱਪਰ ਤੋਂ ਜੇਲ੍ਹ ਹੈੱਡਕੁਆਟਰ ਤੋਂ ਮੰਗੀ ਗਈ ਹੈ 25 ਏਕੜ। ਉਹ ਤੋਂ ਬਾਅਦ ਆਟੋਮੈਟਿਕਲੀ ਉਹਨਾਂ ਨੇ ਅੱਗੇ ਕਬਜ਼ਾ ਕਰ ਲੈਣਾ, ਜੋ 17 ਏਕੜ ਹੈ ਉਹ ਤੋਂ ਬਾਅਦ ਉਹਨਾਂ ਨੇ 25 ਏਕੜ ਦੇਣਾ। ਜਦੋਂ 25 ਏਕੜ ਜ਼ਮੀਨ ਜੋ ਹੋ ਜੂਗੀ ਤਾਂ ਉਹ ਇੱਕ ਤਰ੍ਹਾਂ ਜਿਹੜੇ ਗਰੀਬ ਵਰਗ ਦੇ ਲੋਕਾਂ ਨੂੰ ਪਲਾਟ ਦਿੱਤੇ ਗਏ ਆ 5-5 ਮਰਲੇ ਦੇ, ਉਹਨਾਂ ਦੇ ਵਿੱਚ ਉਹ ਚਲੇ ਜਾਣਗੇ ਤੇ ਉਹਨਾਂ ਨੂੰ ਵੀ ਉੱਥੋਂ ਘਰ ਛੱਡਣਾ ਪਵੇਗਾ ਜੀ ਘਰ ਛੱਡਿਆ ਜਾਏਗਾ। ਇਸ ਦੇ ਵਿੱਚ ਸਰਪੰਚ ਸਾਹਿਬ ਇਹ ਵੀ ਕਹਿ ਰਹੇ ਸੀ ਕਿ ਜਿਹੜੇ ਇੱਥੇ ਲੋਕ ਪਹਿਲਾਂ ਬੋਲ ਰਹੇ ਸੀ, ਕੱਲ ਪ੍ਰੈਸ ਕਾਨਫਰੰਸ ਕੀਤੀ, ਉਹ ਬੋਲ ਰਹੇ ਸੀ ਅੱਧੀ ਪਿੰਡ ਦੇ ਸੀ, ਉਹਦੇ ਚ ਤਾਂ ਵੀ ਬਾਹਰ ਦੇ ਸਾਰੇ ਬੰਦੇ ਸੀ। ਦੇਖੋ ਜੀ, ਮੈਂ ਇੱਕ ਚੀਜ਼ ਦੱਸਦਾ ਜੀ, ਦੇਖੋ ਸਾਡਾ ਪਿੰਡ ਕੁਰੜਾ ਜੀ, ਇਹ ਨਾਲ ਪਿੰਡ ਸੇਖਰ ਮਾਜਰਾ ਜੀ, ਉਹਨਾਂ ਦਾ ਨਾ ਇਸ ਜ਼ਮੀਨ ਦੇ ਨਾਲ ਬੰਨਾ ਲੱਗਦਾ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ ਜੀ, ਸੜਕ ਤਾਂ ਹੈਗੀ ਹੈ ਨਾ, ਇੱਕ ਨਾਲ ਬੰਨਾ ਵੀ ਲੱਗ ਰਿਹਾ, ਉਹਨਾਂ ਦੀ ਜ਼ਮੀਨ ਦੇ ਨਾਲ ਬੰਨਾ ਲੱਗ ਗਿਆ ਜੀ। ਹੁਣ ਉਹਨਾਂ ਨੂੰ ਵੀ ਇਸ ਚੀਜ਼ ਦੀ ਪ੍ਰੋਬਲਮ, ਹੁਣ ਉਹਨਾਂ ਦੇ ਖੇਤ ਦੇ ਨਾਲ, ਤੁਸੀਂ ਵੀਰ ਜੀ ਆਪ ਸਮਝਦਾਰ ਹੋ, ਉਹਨਾਂ ਦੇ ਖੇਤ ਦੇ ਨਾਲ ਇੱਕ ਕੰਧ ਹੋ ਗਈ, ਹੁਣ ਉਹਨਾਂ ਨੂੰ ਕਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ। ਤੁਸੀਂ ਆਪ ਉਹ ਉਸ ਪਿੰਡ ਦੇ ਸੇਖਰ ਮਾਜਰੇ ਪਿੰਡ ਦੇ ਬੰਦੇ, ਹੋਰ ਅਸੀਂ ਕੀ ਉਹ ਵੀ 4-5 ਬੰਦੇ ਜਿਨ੍ਹਾਂ ਦੇ ਖੇਤ ਲੱਗਦੇ ਜੀ ਉਸ ਕੰਧ ਦੇ ਨਾਲ, ਹੋਰ ਕੋਈ ਸੇਖਰ ਮਾਜਰਾ ਸਾਰਾ ਤਾਂ ਨਹੀਂ ਆ ਗਈ। 2-3 ਹਜ਼ਾਰ ਵੋਟ ਹੁੰਦੀ ਹੈ ਜੀ, 5-10 ਬੰਦੇ ਆਏ ਹੋਏ, ਬਾਕੀ ਸਾਰੇ ਪਿੰਡ ਦੇ। ਹੁਣ ਅਸੀਂ ਡੋਪ ਟੈਸਟ ਕਰਾ ਕੇ ਤਾਂ ਦਿਖਾਉਣ ਤੋਂ ਰਹੇ ਵੀ ਅਸੀਂ ਗੁੱਠੇ ਦੇ ਨਿਸ਼ਾਨ ਦਿਖਾਉਂਗੇ ਜਾਂ ਅਸੀਂ ਆਧਾਰ ਕਾਰਡ ਦਿਖਾਉਂਗੇ, ਪਿੰਡ ਦੇ ਬੰਦੇ ਹੀ ਅਸੀਂ ਸਾਰੇ, ਜਿੰਨੇ ਵੀ ਆਪਣੇ ਬਜ਼ੁਰਗ ਵੀ ਖੜੇ ਸਾਰੇ ਪਿੰਡ ਦੇ ਬੰਦੇ। ਸਰਪੰਚ ਸਾਹਿਬ ਕਹਿੰਦੇ ਨੇ ਕਿ ਰੁਜ਼ਗਾਰ ਦੇਵਾਂਗੇ 3%, ਅਸੀਂ ਗੱਲ ਕੀਤੀ ਆ ਬਾਈ ਜੀ ਨਾਲ ਗੱਲ ਕਰਦੇ ਆ, ਕਹਿੰਦੇ ਵੀ ਰੁਜ਼ਗਾਰ ਦੇਵਾਂਗੇ 3%, ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੰਮ ਦਿੱਤਾ ਜਾਵੇ, ਜਿਹੜੇ ਐਸਸੀ ਨਾ ਆਪਾਂ BC ਨੇ ਜੋ ਇੱਥੇ ਰੇਹੜੀ ਲਾਉਣਾ ਚਾਹੁੰਦਾ ਰੇਹੜੀ ਲਾ ਸਕੇਗਾ, ਜੋ ਕੰਮ ਕਰਨਾ ਸਕੇਗਾ ਵੀ ਉੱਥੇ ਕਰ ਸਕਦਾ, ਰੁਜ਼ਗਾਰ ਉਹਨਾਂ ਲਈ ਪੈਦਾ ਹੋਏਗਾ। ਕੀ ਲੱਗਦਾ ਉੱਥੇ ਆਲੇ ਦੁਆਲੇ ਅਜਿਹਾ ਕੰਮ ਹੋਏਗਾ ਸਾਰਾ? ਪਹਿਲੀ ਗੱਲ ਤਾਂ ਇਹ ਜੋ ਸਰਪੰਚ ਸਾਹਿਬ ਕਹਿ ਰਹੇ ਆ ਵੀ ਰੁਜ਼ਗਾਰ ਮਿਲੇਗਾ ਜੀ, ਉਹਨਾਂ ਨੂੰ ਤਕਰੀਬਨ 10 ਜਾਂ 15 ਸਾਲ ਹੋ ਗਏ ਸਰਪੰਚੀ ਕਰਦੇ ਨੂੰ, ਉਹਨਾਂ ਨੇ ਆਪਣਾ ਮੁੰਡਾ ਤਾਂ ਸਰਕਾਰੀ ਨੌਕਰੀ ਲਵਾ ਨਹੀਂ ਹੋਇਆ ਜੀ। ਠੀਕ ਹੈ, ਦੂਜੀ ਗੱਲ ਤੁਸੀਂ ਬੜੈਲ ਜੇਲ੍ਹ ਦੇਖੋ ਜੀ, ਉਹਦੇ ਨੇੜੇ ਤੁਹਾਨੂੰ ਦਿਖਦਾ ਜੀ ਕੁਛ ਵੀ ਕੋਈ ਰੇਹੜੀ ਖੜੀ ਹੋਏ, ਕੋਈ ਸ਼ੌਪ ਹੋਏਗੀ, ਅਗਰ ਅੱਧਾ ਕਿਲੋਮੀਟਰ ਦੇ ਦੂਰ ਦੇ ਦਾਇਰੇ ਤੇ ਹੋਏਗੀ। ਠੀਕ ਹੈ ਜੀ, ਇਹ ਤਾਂ ਸਰਪੰਚ ਸਾਹਿਬ ਇੱਕ ਗੁੰਮਰਾਹ ਕਰ ਰਹੇ ਆ ਐਸਸੀ ਕਾਸਟ ਨੂੰ। ਠੀਕ ਹੈ ਜੀ, ਵੀ ਉਹਨਾਂ ਨੂੰ ਨੌਕਰੀਆਂ ਦੇਵਾਂਗੇ, ਉਹਨਾਂ ਦਾ ਮੇਨ ਮੁੱਦਾ ਵੀ ਇੱਥੇ ਜੇਲ੍ਹ ਬਣੇ, ਡਿਵੈਲਪਮੈਂਟ ਤੇ ਅਸਰ ਪਵੇ। ਠੀਕ ਹੈ ਜੀ, ਹੁਣ ਮੰਨ ਲਓ 3 ਕਰੋੜ ਕਿੱਲੇ ਦਾ ਰੇਟ ਚੱਲ ਰਿਹਾ ਜੀ, ਤਾਂ 50 ਲੱਖ ਵੀ ਨਹੀਂ ਲੈਣਾ ਕਿੱਲੇ ਦਾ। ਸਰਪੰਚ ਸਾਹਿਬ ਕੋਲ ਆਪਣੇ 40-50 ਕਿੱਲੇ ਆ ਜੀ, ਉਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਣਾ ਜੀ, ਫਰਕ ਆ ਸਾਡੇ ਵਰਗੇ ਨੂੰ ਪੈਣਾ, ਮੀਡੀਅਮ ਬੰਦਿਆਂ ਨੂੰ ਜੀ, ਜਿਨ੍ਹਾਂ ਕੋਲ 2-4 ਕਿੱਲੇ ਆ ਜੀ। ਤਾਂ ਇਹ ਸਾਡੀ ਤਾਂ ਇਹੀ ਰਿਕੁਐਸਟ ਹੈ ਸਰਕਾਰ ਅੱਗੇ ਵੀ ਇਸ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ ਜੀ। ਪਰ ਹੁਣ ਸਰਪੰਚ ਸਾਹਿਬ ਨਾਲ ਤੁਹਾਡੀ ਸਹਿਮਤੀ ਹੈਗੀ ਕਿ ਸਰਪੰਚ ਸਾਹਿਬ ਦੀ ਵੋਟ ਜ਼ਿਆਦਾ ਹੋਈ, ਤੁਹਾਡੀ ਘੱਟ ਹੋਈ, ਕੀ ਲੱਗਦਾ ਫਿਰ ਤੁਸੀਂ ਕਿਸ ਦਾ ਦਰਵਾਜ਼ਾ ਖੜਕਾ ਸਕਦੇ ਹੋ? ਇਹਦੇ ਵਿੱਚ ਬਾਈ ਜੀ ਦੇਖੋ, ਵੋਟਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਇਹ ਪਿੰਡ ਦੇ ਸਾਡੇ ਬੱਚਿਆਂ ਦੇ ਫਿਊਚਰ ਦੀ ਗੱਲ ਹੈ। ਇਹਦੇ ਵਿੱਚ ਵੋਟਾਂ ਦਾ ਕੋਈ ਲੈਣਾ ਦੇਣਾ ਨਹੀਂ, ਉਹ ਵੀ ਸਾਡੇ ਹੀ ਭਰਾ ਨੇ। ਇਹਦੇ ਵਿੱਚ ਤੁਸੀਂ ਉਹਨਾਂ ਨੂੰ ਆਪ ਵੀ ਸੋਚਣਾ ਚਾਹੀਦਾ ਵੀ ਕੌਣ ਸਹੀ ਆ ਕੌਣ ਗਲਤ ਆ, ਕੀ ਉਹਦੇ ਫਾਇਦੇ ਨੇ ਕੀ ਸਾਈਡ ਇਫੈਕਟ ਨੇ। ਇਹ ਤਾਂ ਇੱਕ ਨਾ ਸਾਡੇ SC BC ਭਾਈਚਾਰੇ ਨੂੰ ਗੁੰਮਰਾਹ ਕਰ ਰਹੇ ਵੀ ਤੁਹਾਨੂੰ ਰੁਜ਼ਗਾਰ ਮਿਲ ਜੂਗਾ, ਉਹਨਾਂ ਨੂੰ ਆਪਣੇ ਪਿੱਛੇ ਲਾਉਣ ਦੀ ਇੱਕ ਚਾਲ ਚੱਲੀ ਹੋਈ ਆ। ਉਹ ਆਪਣਾ ਇੱਕ ਬਸ ਵੀ ਮੈਂ ਆਪਣਾ ਵੋਟ ਬੈਂਕ ਕਿਸੇ ਨਾ ਕਿਸੇ ਤਰੀਕੇ ਨਾਲ ਕਾਇਮ ਰੱਖਾਂ, ਇਹ ਚੀਜ਼ਾਂ ਨੇ ਵੀਰ ਜੀ। ਇਹ ਨਹੀਂ ਪਤਾ ਵੀ ਹੁਣ ਉਹਨਾਂ ਨੂੰ ਦਬਾਅ ਉੱਤੋਂ ਆ ਜਾਂ ਪਿਛਲੀ ਸਰਕਾਰ ਵੇਲੇ ਕਿਸੇ ਦਾ ਸੀਗਾ, ਉਹਨਾਂ ਨੇ ਜਿਸ ਮੈਟਰ ਤੇ ਇਹ ਕਰਿਆ, ਇਹ ਅਸੀਂ ਨਹੀਂ ਜਾਣਦੇ। ਪਰ ਸਾਡੇ ਬੱਚਿਆਂ ਦਾ ਫਿਊਚਰ ਖਰਾਬ ਹੋਊਗਾ, ਸਾਡਾ ਹੋਊਗਾ, ਅਸੀਂ ਵਿਦੇਸ਼ਾਂ ਨੂੰ ਜਾਵਾਂਗੇ ਬਾਈ ਜੀ, ਅਸੀਂ ਇੱਥੇ ਨਹੀਂ ਰਹਿਣਾ ਪੰਜਾਬ 'ਚ। ਫਿਰ ਭਗਵੰਤ ਮਾਨ ਜੀ ਕਹਿੰਦੇ ਆ ਵੀ ਰੰਗਲਾ ਪੰਜਾਬ ਬਣਾਉਣਾ, ਫਿਰ ਤਾਂ ਅਸੀਂ ਬਾਹਰ ਹੀ ਜਾਵਾਂਗੇ। ਇੱਥੇ ਰੰਗਲਾ ਪੰਜਾਬ ਕਾਹਦਾ ਬਣੂਗਾ ਬਾਈ ਜੀ, ਜਦੋਂ ਯੂਥ ਨਹੀਂ ਰਹੂਗਾ। ਬਜ਼ੁਰਗਾਂ ਦਾ ਬਣਾਉਣਗੇ ਰੰਗਲਾ ਪੰਜਾਬ, ਕਿਸ ਚੀਜ਼ ਦਾ ਬਣਾਉਣਗੇ ਵੀਰ ਜੀ? ਭਗਤ ਸਿੰਘ ਦੀ ਸੋਚ ਕਿੱਦਾਂ ਹੋਈ ਏ? ਹੁਣ ਉਹ ਇੱਕ ਗੱਲ ਹਰ ਵਾਰ ਕਹਿੰਦੇ ਜੀ, ਭਗਤ ਸਿੰਘ ਦੀ ਸੋਚ ਅਤੇ BR ਅੰਬੇਡਕਰ ਡਾਕਟਰ ਆਪਣਾ ਉਹਨਾਂ ਦੇ ਸੰਵਿਧਾਨ ਲਿਖਿਆ ਜੀ, ਬਹੁਤ ਵੱਡੀ ਗੱਲ ਹੈ ਜੀ। ਉਹਨਾਂ ਨੇ
ਆਪਣਾ ਹਿੰਦੁਸਤਾਨ ਦਾ ਹੀ ਸੰਵਿਧਾਨ ਲਿਖਿਆ, ਕਿੱਡੀ ਵੱਡੀ ਗੱਲ ਹੈ ਇਹ, ਦੇਖ ਲਓ ਹੁਣ ਉਹਨਾਂ ਦੀ ਸੋਚ ਹੈ ਜੀ। ਹੁਣ ਆਪਣਾ ਭਗਵੰਤ ਮਾਨ ਸਾਹਿਬ ਵੀ ਉਹਨਾਂ ਨੂੰ ਮੰਨਦੇ ਆ ਜੀ। ਹੁਣ ਅਸੀਂ ਵੀ ਦੇਖੋ ਆਪਾਂ ਵੀ ਭਗਤ ਸਿੰਘ ਦੇ ਫੈਨ ਹੈ ਜੀ, ਅਸੀਂ ਵੀ ਇਸ ਚੀਜ਼ 'ਚ ਅਸੀਂ ਵੀ ਇਹੀ ਚਾਹੁੰਦੇ ਅਸੀਂ ਪੰਜਾਬ 'ਚ ਇੱਥੇ ਜੰਮੇ ਜੀ, ਇੱਥੇ ਹੀ ਮਰਾਂਗੇ। ਪਰ ਅਗਰ ਸਾਡੇ ਪਿੰਡ 'ਚ ਜੇਲ੍ਹ ਬਣਦੀ ਹੈ ਤਾਂ ਸਾਡਾ ਵੀ ਜੀ ਮਨ ਨਹੀਂ ਕਰਦਾ ਇੱਥੇ ਰਹਿਣ ਨੂੰ, ਅਸੀਂ ਆਪਣੇ ਬੱਚਿਆਂ ਨੂੰ ਵੀ ਬਾਹਰ ਭੇਜਾਂਗੇ। ਸਾਡੇ ਹੁਣ ਇੱਥੇ ਕਿੰਨੇ ਨੌਜਵਾਨ ਹੈ ਸਾਡੇ ਪਿੰਡ ਦੇ, ਅਗਰ ਹਰੇਕ ਬੰਦੇ ਤੁਹਾਨੂੰ ਪਤਾ ਹੀ ਹੈ ਜੀ, ਸਿਆਣੇ ਬੰਦੇ ਤੋਂ ਹਰੇਕ ਸਲਾਹ ਮੰਗਦਾ ਜੀ। ਅਗਰ ਸਾਡੇ ਤੋਂ ਵੀ ਮੰਗੂ, ਅਸੀਂ ਸਿਆਣੇ ਨਹੀਂ ਹੈ, ਅਸੀਂ ਤਾਂ ਬੱਚਿਆਂ 'ਚ ਆ ਗਏ। ਅਗਰ ਸਾਡੇ ਹੋਰ ਸਿਆਣੇ ਤੋਂ ਕੋਈ ਸਲਾਹ ਮੰਗੋ ਤਾਂ ਉਹ ਵੀ ਇਹੀ ਚੀਜ਼ ਕਹਿਣਗੇ ਵੀ ਤੁਸੀਂ ਬਾਹਰ ਜਾਓ। ਸਾਡੇ ਘਰ ਦੇ ਪਹਿਲਾਂ ਵੀ ਇਹੀ ਚੀਜ਼ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਹੈ ਇੱਥੇ ਪੰਜਾਬ 'ਚ ਕੁਝ ਨਹੀਂ ਹੈ, ਤੁਸੀਂ ਬਾਹਰ ਜਾਓ ਬਾਹਰ ਜਾਓ। ਨਹੀਂ ਜੀ, ਅਸੀਂ ਇਹੀ ਚੀਜ਼ ਕਹੀ ਹੈ ਵੀ ਪੰਜਾਬ 'ਚ ਬਹੁਤ ਕੁਝ ਹੈ, ਅਸੀਂ ਪੰਜਾਬ 'ਚ ਹੀ ਰਹਿਣਾ, ਇੱਥੇ ਹੀ ਜੰਮੇ, ਇੱਥੇ ਹੀ ਮਰੂੰਗੇ। ਪਰ ਇਹ ਜੋ ਚੀਜ਼ ਇਹ ਸਰਪੰਚ ਸਾਹਿਬ ਨੇ ਸਾਡੇ ਨਾਲ ਕਰੀ ਹੈ, ਇਹ ਧੱਕਾ ਹੋ ਗਿਆ ਸਾਡੇ ਨਾਲ। ਇਹ ਹੁਣ ਇਹਨਾਂ ਕੋਲ ਤਾਂ ਜੀ ਦੇਖੋ ਜੀ 40-50 ਕਿੱਲਿਆਂ ਦੇ ਮਾਲਕ ਹੈ ਜੀ ਇਹ, ਅਸੀਂ ਤਾਂ ਸਾਰੇ 2-2 2.5-2.5 1.5 ਕਿੱਲੇ ਦੇ ਮਾਲਕ ਹੈ ਜੀ। ਸਾਡੇ ਕੋਲ ਤਾਂ ਜ਼ਮੀਨਾਂ ਹੀ ਨਹੀਂ ਹੈ ਜੀ, ਇਹਨਾਂ ਕੋਲ ਤਾਂ ਜ਼ਮੀਨਾਂ ਹੈਗੀਆਂ, ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜੀ। ਅਸੀਂ ਤਾਂ ਜੀ ਦੇਖੋ ਦੁੱਧ ਦਾ ਕੰਮ ਕਰਦੇ ਜੀ, ਸਾਡੇ ਪਿੰਡ 'ਚ ਡੈਰੀ ਵੀ ਹੈਗੇ, 2 ਡੈਰੀਆਂ ਜੀ। ਸਰਪੰਚ ਸਾਹਿਬ ਕਹਿੰਦੇ ਨੇ ਦੁੱਧ ਵੀ ਪਾਣਗੇ ਜੇਲ੍ਹ 'ਚ ਜਾ ਕੇ ਜਾਂ ਹੋਰ ਪਾਸੇ। ਇਹ ਤਾਂ ਜੀ ਦੇਖੋ ਇੱਕ ਚੀਜ਼ ਹੋਰ ਹੈ ਜੀ, ਇਹ ਰੁਜ਼ਗਾਰ ਦੀ ਗੱਲ ਕਰਦੇ ਆ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਹੁਣ ਇੱਥੇ ਮੈਂ ਬਾਹਰ ਰੇਹੜੀ ਲਾ ਕੇ ਹੁਣ ਮੈਂ ਫਲ ਫਰੂਟ ਵੇਚੂੰ ਜੀ, ਕੈਦੀ ਬਾਹਰ ਆ ਕੇ ਫਲ ਫਰੂਟ ਖਾਣਗੇ ਜੀ? ਇੱਕ ਚੀਜ਼ ਦਾ ਸਵਾਲ ਦਾ ਜਵਾਬ ਦੇਣੀ ਸਰਪੰਚ ਸਾਹਿਬ। ਹੁਣ ਇੱਥੇ ਜੀ ਵੱਧ ਤੋਂ ਵੱਧ ਆਪਣਾ ਗੁਟਕਾ ਵਿਕ ਜੂਗਾ ਜੀ, ਬੀੜੀ ਸਿਗਰਟ ਵਿਕ ਜੂਗੀ, ਹੁਣ ਉਹ ਤਾਂ ਅਸੀਂ ਲਾਣੇ ਤੋਂ ਰਹੇ ਜੀ। ਇਹ ਤਾਂ ਨਸ਼ੇ ਨੂੰ ਪ੍ਰਮੋਟ ਕਰਨ ਦੀ ਗੱਲ ਹੋਊਗੀ। ਔਰ ਦੂਜੀ ਗੱਲ ਇਹ ਪੰਜਾਬ ਸਰਕਾਰ ਨੂੰ ਇੱਕ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਜੇਲ੍ਹਾਂ ਨੂੰ ਘਟਾਈਏ ਨਾ ਕਿ ਵਧਾਈਏ। ਅਗਰ ਘਟਾਉਂਗੇ ਤਾਂ ਤੁਹਾਡਾ ਵੀ ਨਾਮ ਹੋਊਗਾ ਵੀ ਹਾਂ ਪੰਜਾਬ ਸਰਕਾਰ ਨੇ ਕੈਦੀਆਂ ਨੂੰ ਘੱਟ ਕੈਦੀ ਹੋ ਗਏ ਪੰਜਾਬ ਦੇ ਵਿੱਚ, ਤਾਂ ਉਹਨਾਂ ਨੇ ਜੇਲ੍ਹਾਂ ਘਟਾਤੀਆਂ। ਤੁਸੀਂ ਤਾਂ ਜੇਲ੍ਹਾਂ ਬਣਾ ਰਹੇ ਹੋ, ਇਸ ਦਾ ਮਤਲਬ ਤਾਂ ਇਹ ਹੋ ਗਿਆ ਨਾ ਵੀ ਤੁਸੀਂ ਗੈਂਗਸਟਰਵਾਦ ਨੂੰ ਤੁਸੀਂ ਆਪ ਕਹਿ ਰਹੇ ਹੋ ਵੀ ਹਾਂ ਪੰਜਾਬ 'ਚ ਗੈਂਗਸਟਰਵਾਦ ਹੈਗਾ ਹੈ। ਤੁਸੀਂ ਇਸ ਨੂੰ ਵਧਾ ਰਹੇ ਹੋ, ਇਸ ਨੂੰ ਖਤਮ ਤਾਂ ਨਹੀਂ ਕਰ ਰਹੇ ਇਸ ਚੀਜ਼। ਬਹੁਤ ਸ਼ੁਕਰੀਆ। ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਆਪਣਾ ਜੀ ਇੱਕ ਤਾਂ ਇਹ ਗੱਲ ਕਹਿਣਾ ਚਾਹੁੰਦਾ ਸੀ ਜੀ ਮੈਂ ਆਪਣੀ, ਤੇ ਜਿਹੜਾ ਆਪਣਾ ਸਰਪੰਚ ਸਾਹਿਬ ਕਹਿ ਰਹੇ ਆ ਜੀ ਵੀ ਇਸ ਤਰ੍ਹਾਂ ਰੁਜ਼ਗਾਰ ਆਪਣਾ ਜਰਨਲ ਕੋਟੇ ਨੂੰ ਮਿਲੇਗਾ ਜੀ, ਠੀਕ ਹੈ ਜੀ। ਹੱਥ ਬੰਨ੍ਹ ਕੇ ਬੇਨਤੀ ਹੈ, ਸਾਨੂੰ ਰੁਜ਼ਗਾਰ ਨਹੀਂ ਚਾਹੀਦਾ ਜੀ, ਬਸ ਇਹਨੂੰ ਰੱਦ ਕੀਤਾ ਜਾਵੇ ਚਾਹੇ ਪੰਜਾਬ ਸਰਕਾਰ ਵੱਲੋਂ। ਤੇ ਭਗਵੰਤ ਮਾਨ ਸਾਹਿਬ ਜੀ ਆਪਣਾ ਜਿਹੜੇ ਕਹਿੰਦੇ ਸੀ ਵੀ ਜਿਹੜੇ ਬਾਹਰਲੇ ਦੇਸ਼ ਗਏ ਹੋਏ ਆ ਸਾਡੇ ਬੱਚੇ ਵੀ ਉਹ ਇੱਥੇ ਆਣਗੇ, ਵੀ ਇਹੋ ਜਿਹਾ ਸਿਸਟਮ ਕਰ ਦਾਂਗੇ ਪੰਜਾਬ 'ਚ। ਮੈਨੂੰ ਤਾਂ ਲੱਗਦਾ ਨਹੀਂ, ਮੇਰੇ ਕੋਲ 5 ਸਾਲ ਦਾ ਮੁੰਡਾ ਜੀ, ਇੱਕ ਜੇ ਜੇਲ੍ਹ ਬਣਦੀ ਹੈ ਇੱਥੇ ਤਾਂ ਮੇਰੇ ਕੋਲ 2.5 ਕਿੱਲੇ ਜ਼ਮੀਨ ਦੇ ਆ, ਮੈਂ ਤਾਂ 1 ਕਿੱਲਾ ਵੇਚ ਕੇ ਮੁੰਡਾ ਬਾਹਰ ਭੇਜੂਗਾ ਜੀ, ਮੈਂ ਇੱਥੇ ਕਿਉਂ ਰੱਖੂੰਗਾ ਜੀ? ਇੱਥੇ ਤਾਂ ਜੇਲ੍ਹ ਬਣ ਗਈ ਜੀ, ਨਸ਼ਾ ਪੱਤਾ ਆਏਗਾ, ਕੋਈ ਕੈਦੀ ਪਿੰਡ 'ਚ ਆ ਕੇ ਕਿਸੇ ਦੇ ਘਰ ਪਨਾਹ ਲੈ ਗਿਆ ਤਾਂ ਪੁਲਿਸ ਨੂੰ ਪਤਾ ਲੱਗ ਗਿਆ ਵੀ ਇਸ ਘਰ 'ਚ ਪਨਾਹ ਲਈ ਹੈ ਤਾਂ ਪੂਰਾ ਪਰਿਵਾਰ ਕਸਟਡੀ 'ਚ ਹੋਏਗਾ ਜੀ, ਛੋਟੇ ਤੋਂ ਬੱਚੇ ਵੱਡੇ ਤੱਕ ਕਸਟਡੀ 'ਚ ਜਾਏਗਾ ਜੀ, ਠੀਕ ਹੈ ਜੀ। ਤਾਂ ਹੱਥ ਬੰਨ੍ਹ ਕੇ ਹੀ ਅਪੀਲ ਹੈ ਜੀ ਸੀਐਮ ਸਾਹਿਬ ਅੱਗੇ ਵੀ ਇਸ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ ਜੀ। ਇੱਕ ਗੱਲ ਇਹ ਕਹਿਣੀ ਚਾਹੁੰਦੇ ਜਿਹੜੀ ਸਾਡੀ ਮੇਨ ਪ੍ਰੋਬਲਮ ਹੈ ਜੀ ਕਿ ਇਹ ਜਿਹੜੀ ਜ਼ਮੀਨ ਜਿਹੜੀ ਜੇਲ੍ਹ ਦੇ ਰਹੇ ਆ ਬਿਲਕੁਲ ਪਿੰਡ ਦੇ ਨੇੜੇ ਹੈ, ਇੱਥੇ ਚੈੱਕ ਪੋਸਟਾਂ ਵੀ ਬਣਨਗੀਆਂ ਤੇ ਰਾਤ ਨੂੰ ਤੁਹਾਨੂੰ ਪਤਾ ਹੈ ਟਾਰਚ ਸਰਚ ਲਾਈਟਾਂ ਵੱਜਣਗੀਆਂ ਤੇ ਪਿੰਡ ਬਿਲਕੁਲ ਨੇੜੇ ਹੈ। ਸਾਡੇ ਘਰਾਂ ਦੀ ਪ੍ਰਾਈਵੇਸੀ ਖਤਮ ਹੋ ਜਾਣੀ ਹੈ ਜੀ, ਫਿਰ ਤਾਂ ਸਾਨੂੰ ਘਰ ਛੱਡ ਕੇ ਜਾਣੇ ਪੈਣੇ ਆ। ਇਹ ਮੇਨ ਪ੍ਰੋਬਲਮ ਇਹ ਹੈ। ਗੱਲ ਹੋ ਰਹੀ ਹੈ ਸਾਡੇ ਵਿੱਚ ਐਵੇਂ ਹੋ ਸਕਦਾ ਵੀ ਦੂਰੀ ਤੇ ਬਣਾਇਆ ਜਾ ਸਕਦਾ ਜੇ। ਹਾਂਜੀ, ਅਸੀਂ ਇਹੀ ਚੀਜ਼ ਕਹਿ ਰਹੇ ਹਾਂ। ਦੇਖੋ ਹੁਣ ਤੁਸੀਂ ਆਪ ਦੇਖ ਸਕਦੇ ਹੋ ਜੀ, ਇੱਕ ਸਿਰਫ 18 ਫੁੱਟ ਦੀ ਸੜਕ ਹੈ ਜੀ, ਇਹਦੇ ਵਿੱਚ ਦੂਜੇ ਪਾਸੇ ਪਿੰਡ ਹੈ ਜੀ, ਇੱਕ ਪਾਸੇ ਜੇਲ੍ਹ ਬਣਾ ਦੀ। ਉੱਥੋਂ ਤੋਂ ਕੰਧ ਸਟਾਰਟ ਕਰਨੀ ਹੈ ਜੀ ਉਹਨਾਂ ਨੇ, ਇਹ ਤਾਂ ਹੈ ਨਹੀਂ ਜੀ ਪਿੱਛੇ ਹਟ ਕੇ ਕੰਧ ਸਟਾਰਟ ਕਰੂਗੇ, ਕੰਧ ਵੀ ਉੱਥੇ ਤੋਂ ਸਟਾਰਟ ਕਰੂਗੇ ਜੀ। ਹੁਣ ਇਹ ਦੇਖੋ ਜੀ 18 ਫੁੱਟ ਦਾ ਵਿਚਕਾਰ ਇਹ ਸੜਕ ਦੇ ਵਿਚਕਾਰ ਸਿਰਫ ਸੜਕ ਹੈ ਜੀ, ਜੇਲ੍ਹ ਦੇ ਵਿਚਕਾਰ ਇਹ ਚੀਜ਼ ਇਹ ਕਰਨਾ ਚਾਹੁੰਦੇ ਆ ਜੀ। ਹੁਣ ਤੁਸੀਂ ਆਪ ਦੇਖੋ ਵੀ ਪਿੰਡ ਦਾ ਨੁਕਸਾਨ ਹੈ ਜਾਂ ਫਾਇਦਾ ਹੈ, ਇਹ ਲੋਕ ਵੀ ਆਪਣੇ ਆਪ ਸਮਝਦਾਰ ਨੇ, ਲੋਕ ਵੀ ਇਸ ਨੂੰ ਸੁਝਾਅ ਦੇਣਗੇ ਵੀ ਹਾਂ ਪਿੰਡ ਨਾਲ ਧੱਕਾ ਹੋਇਆ ਜਾਂ ਚੰਗਾ ਹੋਇਆ ਗਲਤ ਹੋਇਆ। ਦੂਜੀ ਰੁਜ਼ਗਾਰ ਦੀ ਗੱਲ ਹੈ, ਦੇਖੋ ਸਾਡੇ ਪਿੰਡ 'ਚ ਹੁਣ ਇੱਕ ਇਹ ਦੇਖੋ ਜੀ ਸਰਪੰਚ ਸਾਹਿਬ ਦੀ ਸੋਚ ਦੇਖੋ ਜੀ ਕਿੰਨੀ ਨੀਵੀਂ ਹੈ ਜਾਂ ਗਿਰੀ ਹੋਈ ਹੈ। ਚਾਹੇ ਸਰਪੰਚ ਸਾਹਿਬ ਹੈ ਚਾਹੇ ਹੋਰ ਕਿਸੇ ਬੰਦੇ ਨੇ ਇਸ ਚੀਜ਼ ਨੂੰ ਕਿਹਾ ਵੀ ਹਾਂ ਪਿੰਡ ਦੇ ਬੰਦਿਆਂ ਨੂੰ ਅਸੀਂ ਰੇਹੜੀਆਂ ਲਵਾਵਾਂਗੇ ਜਾਂ ਰੁਜ਼ਗਾਰ ਦੇਵਾਂਗੇ। ਕਿਉਂ ਬਈ ਐਸਸੀ ਭਾਈਚਾਰੇ ਦਾ ਬੰਦਾ ਅਫਸਰ ਨਹੀਂ ਬਣ ਸਕਦਾ? ਕਿਉਂ ਬਈ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ, ਐਮਐਲਏ ਨਹੀਂ ਬਣ ਸਕਦਾ, ਕੋਈ ਹੋਰ ਉੱਚੀ ਪੋਸਟ ਤੇ ਨਹੀਂ ਜਾ ਸਕਦਾ? ਸਿਰਫ ਅੰਦਰ ਹੀ ਨੌਕਰੀ ਕਰਨਗੇ, ਉਹੀ ਗਰੁੱਪ ਡੀ ਗਰੁੱਪ ਸੀ 'ਚ ਨੌਕਰੀ ਕਰਨਗੇ, 8000 10000 50000 ਦੀ ਨੌਕਰੀ ਨਹੀਂ ਕਰ ਸਕਦਾ। ਇਹ ਜੀ ਇਹਨਾਂ ਦਾ ਮਾਈਂਡ ਫਰੈਸ਼ ਕਰਿਆ ਹੋਇਆ ਜੀ ਸਰਪੰਚ ਸਾਹਿਬ ਨੇ। ਇਹਨਾਂ ਨੂੰ ਦੱਬਦੇ ਆ ਜੀ, ਐਸਸੀ ਭਾਈਚਾਰੇ ਨੂੰ ਦੱਬਦੇ। ਅਸੀਂ ਤਾਂ ਦੇਖੋ ਉਹਨਾਂ ਨੂੰ ਕੱਲ ਵੀ ਰਿਕੁਐਸਟ ਕਰੀ, ਠੀਕ ਹੈ ਕੁਝ ਬੰਦੇ ਸਾਡੇ ਨਾਲ ਉਹਨਾਂ ਚੋਂ ਆਏ, ਅੱਜ ਉਹਨਾਂ ਨੂੰ ਪਤਾ ਨਹੀਂ ਝੂਠ ਵੀ ਬੋਲ ਕੇ ਲੈ ਗਏ। ਸਾਡੇ ਨਾਲ ਜੋ ਬੰਦੇ ਖੜੇ ਜਾਂ ਹੱਥ ਖੜੇ ਕਰਾ ਲਓ, ਸਾਰਿਆਂ ਨੂੰ ਦੱਸਿਆ ਹੋਇਆ ਵੀ ਅਸੀਂ ਜੇਲ੍ਹ 'ਚ ਲੈ ਗਏ ਜੀ। ਉੱਥੇ ਤੁਸੀਂ ਜਾ ਕੇ ਵੀ ਚਾਹੇ ਪੁੱਛ ਲਓ ਉਹ ਕੀ ਕਹਿ ਕੇ ਲੈ ਗਏ, ਉਹਨਾਂ ਨੂੰ ਬੁਲਾ ਕੇ। ਉਹ ਸਾਰਿਆਂ ਨੂੰ ਪਤਾ ਹੀ, ਉਹ ਪਹਿਲਾਂ ਵੀ ਇਦਾਂ ਹੀ ਇਕੱਠ ਕਰਦੇ ਜੀ। ਉਹਨਾਂ ਨੂੰ ਸਰਪੰਚ ਹੈ ਜੀ, ਉਹ ਦਬਾ ਵੀ ਸਕਦਾ ਜੀ, ਉਹਨਾਂ ਦੇ ਹੱਥ 'ਤੇ ਸਾਰਾ ਕੁਝ ਹੈ ਜੀ। ਨਰੇਗਾ ਵਾਲੇ ਹੈ ਜੀ, ਉਹਨਾਂ ਦੀ ਹੁਣ ਦਿਹਾੜੀਆਂ ਵੀ ਮਾਰ ਸਕਦਾ ਜੀ। ਹੁਣ ਮਜਬੂਰ ਬੰਦਾ ਜੀ ਕੁਝ ਵੀ ਕਰ ਸਕਦਾ ਜੀ। ਰੁਜ਼ਗਾਰ ਤੇ ਅਗਲੇ ਦੇ ਪੇਟ ਦੇ ਲੱਤ ਵੱਜਦੀ ਹੈ, ਹੁਣ ਉਹਨਾਂ ਨੂੰ ਇਹ ਚੀਜ਼ ਕਰਨੀ ਪੈਂਦੀ ਹੈ ਜੀ। ਬਹੁਤ ਸ਼ੁਕਰੀਆ। ਇਸ ਦੇ ਵਿੱਚ ਸਿੱਧਾ ਇਲਜ਼ਾਮ ਹੈ ਕਿ ਸਰਪੰਚ ਨੇ ਦਬਾ ਲਿਆ, ਤਾਂ ਇਸ ਦੇ ਵਿੱਚ ਉਮੀਦ ਕੀ ਬਣੇਗੀ? ਲੋਕ ਕੀ ਸੋਚਦੇ ਨੇ, ਲੋਕ ਕੀ ਕਹਿੰਦੇ ਨੇ? ਲੋਕਾਂ ਦਾ ਇਹੀ ਕਹਿਣਾ ਹੈ ਕਿ ਜੇ ਪੰਜਾਬ ਛੱਡ ਕੇ ਨੌਜਵਾਨ ਬਾਹਰ ਜਾ ਰਹੇ ਨੇ, ਮੁੱਖ ਮੰਤਰੀ ਭਗਵੰਤ ਮਾਨ ਸੋਚਦੇ ਨੇ ਕਿ ਰੰਗਲਾ ਪੰਜਾਬ ਬਣੇ, ਫਿਰ ਤਾਂ ਨਹੀਂ ਬਣਨਾ ਜੇ ਇੱਥੋਂ ਪਿੰਡ ਦੇ ਲੋਕ ਜੇ
ਬਾਹਰਲੇ ਦੇਸ਼ ਜਾਣਗੇ, ਅਸੀਂ ਕਿੱਲਾ ਵੇਚ ਕੇ ਮੁੰਡੇ ਨੂੰ ਬਾਹਰ ਭੇਜ ਦਾਂਗੇ। ਜੇਲ੍ਹ ਬਣਾਉਣੀ ਹੈ ਤਾਂ ਕੁਝ ਦੂਰੀ ਤੱਕ ਬਣਾ ਲੈਣ, ਪਰ ਇੱਥੇ ਨੇੜੇ ਪਿੰਡ ਦੇ ਨਾ ਬਣਾਉਣ। ਉਮੀਦ ਕੀ ਬਣੇਗੀ ਇਸ ਦੇ ਵਿੱਚ ਕਿ ਇਸ ਦੇ ਵਿੱਚ ਇਲਜ਼ਾਮ ਵੀ ਇਹੀ ਹੈ ਕਿ ਨੇੜੇ ਤੇੜੇ ਦੀ ਨਾ ਕੋਈ ਸਫਾਈ ਹੁੰਦੀ ਹੈ, ਨਾ ਸਕੂਲ ਦੀ ਸਫਾਈ ਹੁੰਦੀ ਹੈ, ਪਰ ਆਸ ਕੀ ਹੋਏਗੀ। ਹੁਣ ਸਰਪੰਚ ਨਾਲ ਵੀ ਗੱਲ ਕੀਤੀ ਸੀ ਤਾਂ ਉੱਥੇ ਵਿਰੋਧੀ ਧਿਰ ਜਿਹੜੇ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ ਕਿ ਜੇਲ੍ਹ ਨਹੀਂ ਬਣੇਗੀ, ਉਹਨਾਂ ਨਾਲ ਵੀ ਗੱਲ ਕਰਾਈ ਹੈ ਕਿ ਉਹ ਕੀ ਸੋਚਦੇ ਨੇ। ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਕੈਮਰੇ ਸਾਥ ਜੋਗਦੇ ਸੀ ਦਲਜੀਤ, ਧੰਨਵਾਦ।